ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਅਤੇ ਉਹਨਾਂ ਦੀ ਸਿੱਖਿਆਵਾਂ 'ਤੇ ਵਿਚਾਰ ਹੋਏਗੀ। ਦੂਸਰੇ ਪਾਤਸ਼ਾਹ ਨੇ ਬਾਬਾ ਅਮਰਦਾਸ ਜੀ ਨੂੰ ਕਿਹਾ ਕਿ ਤੁਸੀਂ ਗੋਇੰਦਵਾਲ ਸਾਹਿਬ ਨਗਰ ਵਸਾਓ। ਆਪਣੇ ਰਿਸ਼ਤੇਦਾਰਾਂ ਜਿਹੜੇ ਜਾਣਦੇ ਹੋ ਤੁਸੀਂ, ਆਪਣੇ ਪਿੰਡ ਵਾਲਿਆਂ ਨੂੰ ਉੱਥੇ ਲਿਆ ਕੇ ਵਸਾਓ। ਨਗਰ ਵਸ ਗਿਆ ਸਮਾਂ ਪਾ ਕੇ। ਦੂਸਰੇ ਪਾਤਸ਼ਾਹ ਨੇ ਜਦੋਂ ਦੇਖਿਆ ਮੇਰਾ ਅੰਤਮ ਸਮਾਂ ਆ ਗਿਆ, ਉਹਨਾਂ ਬਾਬਾ ਅਮਰਦਾਸ ਜੀ ਨੂੰ ਗੁਰਗੱਦੀ 'ਤੇ ਸੀ ਅਤੇ ਆਪ ਜੀ ਗੁਰੂ ਅਮਰਦਾਸ ਹੋ ਗਏ। ਗੁਰੂ ਅੰਗਦ ਦੇਵ ਮਹਾਰਾਜ ਨੇ ਕਿਹਾ ਕਿ ਤੁਸੀਂ ਪੱਕੇ ਤੌਰ 'ਤੇ ਗੋਇੰਦਵਾਲ ਸਾਹਿਬ ਰਹਿਣ ਲੱਗ ਜਾਓ ਪਰਿਵਾਰ ਸਮੇਤ। ਤੀਸਰੇ ਪਾਤਸ਼ਾਹ ਜਿਨ੍ਹਾਂ ਦੇ 2 ਸਪੁੱਤਰ ਅਤੇ 2 ਸਪੁੱਤਰੀਆਂ ਸਨ, ਉਹਨਾਂ ਦੇ ਨਾਲ ਉਹ ਗੋਇੰਦਵਾਲ ਸਾਹਿਬ ਰਹਿਣ ਲੱਗ ਪਏ। ਉਹਨਾਂ ਆਪਣੇ ਪਿੰਡ ਬਾਸਰ ਕੇ ਉੱਥੇ ਦੇ ਲੋਕਾਂ ਨੂੰ ਕਿਹਾ ਵੀ ਤੁਸੀਂ ਗੋਇੰਦਵਾਲ ਸਾਹਿਬ ਆ ਕੇ ਵਸੋ, ਤੁਹਾਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਭਾਈ ਜੇਠਾ ਜੀ ਜਿਹੜੇ ਬਾਅਦ ਦੇ ਵਿੱਚ ਗੁਰੂ ਰਾਮਦਾਸ ਬਣੇ, ਉਹਨਾਂ ਦੀ ਨਾਨੀ ਭਾਈ ਜੇਠਾ ਜੀ ਨੂੰ ਲੈ ਕੇ ਗੋਇੰਦਵਾਲ ਸਾਹਿਬ ਆ ਗਈ ਹੈ। ਨਾਨੀ ਤੇ ਦੋਤਾ ਰਹਿਣ ਲੱਗ ਪਏ ਨੇ। ਭਾਈ ਜੇਠਾ ਜੀ ਜਿਹੜੇ ਨੇ ਇਹ ਘੁੰਗਣੀਆਂ ਵੇਚਣ ਦਾ ਕੰਮ ਕਰਦੇ ਨੇ। ਆ ਛੋਲਿਆਂ ਤੋਂ ਜਿਹੜੀਆਂ ਬਣਦੀਆਂ ਉਬਾਲ ਕੇ ਬਣਦੀਆਂ। ਜਿਹੜਾ ਸਮਾਂ ਮਿਲਦਾ ਹੈ ਉਹ ਤੀਸਰੇ ਪਾਤਸ਼ਾਹ ਦੇ ਦਰਬਾਰ 'ਚ ਹਾਜ਼ਰੀ ਲਾਉਂਦੇ ਨੇ, ਲੰਗਰ 'ਚ ਸੇਵਾ ਕਰਦੇ ਨੇ। ਇਸ ਤਰ੍ਹਾਂ ਕਈ ਸਾਲ ਬੀਤ ਗਏ। ਉੱਧਰੋਂ ਗੁਰੂ ਅਮਰਦਾਸ ਮਹਾਰਾਜ ਦੀ ਸਪੁੱਤਰੀ ਬੀਬੀ ਭਾਨੀ ਸ਼ਾਦੀ ਯੋਗ ਹੋ ਗਈ ਹੈ। ਹੁਣ ਵਰ ਦੀ ਤਲਾਸ਼ ਕਰਦੇ ਹਨ। ਤੀਸਰੇ ਪਾਤਸ਼ਾਹ ਨੇ ਦੇਖਿਆ ਇਹ ਜਿਹੜਾ ਕਾਕਾ ਜੇਠਾ ਹੈ ਇਹ ਸੋਹਣਾ ਸੁਨੱਖਾ ਹੈ, ਵਧੀਆ ਜਵਾਨ ਹੈ, 18 ਸਾਲ ਦੀ ਇਹਦੀ ਉਮਰ ਹੋ ਚੁੱਕੀ ਹੈ, ਗੁਰੂ ਘਰ ਦਾ ਸੇਵਕ ਹੈ, ਆਪਣਾ 10 ਦੀ ਕਿਰਤ ਕਰਕੇ ਖਾਂਦਾ ਹੈ। ਇਸ ਲਈ ਤੀਸਰੇ ਪਾਤਸ਼ਾਹ ਨੇ ਆਪਣੀ ਸਪਤਨੀ ਦੇ ਨਾਲ ਸਲਾਹ ਕੀਤੀ ਕਿ ਆਪਾਂ ਬੀਬੀ ਭਾਨੀ ਦੀ ਸ਼ਾਦੀ ਕਾਕਾ ਜੇਠਾ ਨਾਲ ਕਰ ਦਈਏ। ਸਹਿਮਤੀ ਹੋ ਗਈ। ਬੀਬੀ ਭਾਨੀ ਜੀ ਦੀ ਸ਼ਾਦੀ ਭਾਈ ਜੇਠਾ ਜੀ ਨਾਲ ਹੋ ਗਈ। ਸਮਾਂ ਪਾ ਕੇ ਭਾਈ ਜੇਠਾ ਜੀ ਦੇ ਘਰ 3 ਸਪੁੱਤਰ ਹੋਏ। ਸਭ ਤੋਂ ਵੱਡਾ ਪ੍ਰਿਥੀ ਚੰਦ, ਦੂਜਾ ਮਹਾਦੇਵ, ਤੀਸਰਾ ਗੁਰੂ ਅਰਜਨ ਦੇਵ ਜੀ ਮਹਾਰਾਜ। ਜਦੋਂ ਤੀਸਰੇ ਪਾਤਸ਼ਾਹ ਗੋਇੰਦਵਾਲ ਸਾਹਿਬ ਰਹਿੰਦੇ ਸਨ, ਉਹਨਾਂ ਨੇ ਭਾਈ ਜੇਠਾ ਜੀ ਦੀ ਡਿਊਟੀ ਲਾਈ ਕਿ ਤੁਸੀਂ ਅੰਮ੍ਰਿਤਸਰ ਨਗਰ ਵਸਾਓ। ਜਿੱਥੇ ਜਾ ਕੇ ਨਿਸ਼ਾਨਦੇਹੀ ਕੀਤੀ ਸੀ ਨਾ, ਤੀਸਰੇ ਪਾਤਸ਼ਾਹ ਨੇ ਕਿਹਾ ਉੱਥੇ ਗੁਰੂ ਕੇ ਮਹਿਲ ਬਣਿਆ ਹੋਇਆ ਹੈ, ਕਿਉਂਕਿ ਤੀਸਰੇ ਪਾਤਸ਼ਾਹ ਨੇ ਉੱਥੇ ਰਹਿ ਕੇ ਅੰਮ੍ਰਿਤਸਰ ਦੇ ਵਸਾਇਆ। ਜਦੋਂ ਤੀਸਰੇ ਪਾਤਸ਼ਾਹ ਸਰੀਰ ਤਿਆਗਣ ਲੱਗੇ, ਉਹਨਾਂ ਨੇ ਭਾਈ ਜੇਠਾ ਜੀ ਨੂੰ ਗੁਰਗੱਦੀ ਦਿੱਤੀ ਅਤੇ ਆਪ ਗੁਰੂ ਰਾਮਦਾਸ ਦੇ ਨਾਮ ਨਾਲ ਪ੍ਰਸਿੱਧ ਹੋ ਗਏ। ਤੀਸਰੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਹੁਣ ਤੁਸੀਂ ਪਰਿਵਾਰ ਸਮੇਤ ਅੰਮ੍ਰਿਤਸਰ ਸਾਹਿਬ ਚਲੇ ਜਾਓ। ਚੌਥੇ ਪਾਤਸ਼ਾਹ ਇੱਥੇ ਰਹੇ ਨੇ। ਉਹਨਾਂ ਨੇ ਅੰਮ੍ਰਿਤ ਸਰੋਵਰ ਜਿਹੜਾ ਜਿਸ ਤੁਸੀਂ ਇਸ਼ਨਾਨ ਕਰਦੇ ਹੋ ਉਹ ਖੁਦਵਾਇਆ। ਇੰਨੇ ਚਿਰ ਨੂੰ ਗੁਰੂ ਅਰਜਨ ਦੇਵ ਮਹਾਰਾਜ 18 ਸਾਲ ਦੇ ਹੋ ਗਏ।
ਚੌਥੇ ਪਾਤਸ਼ਾਹ ਦਾ ਅੰਤਮ ਸਮਾਂ ਆ ਗਿਆ। ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਗੱਦੀ ਦਿੱਤੀ, ਕਿਉਂਕਿ 1563 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਕਾਸ਼ ਹੋਇਆ। 18 ਸਾਲਾਂ ਦੇ ਸਨ ਜਦੋਂ ਆਪ ਜੀ ਨੂੰ ਗੁਰਗੱਦੀ ਮਿਲੀ। ਜਿਹੜਾ ਵੱਡਾ ਭਰਾ ਸੀ ਪ੍ਰਿਥੀ ਚੰਦ, ਉਹ ਕਹਿੰਦਾ ਸੀ ਮੇਰਾ ਹੱਕ ਹੈ, ਮੈਂ ਘਰ 'ਚ ਵੱਡਾ ਹਾਂ। ਕਈ ਵਾਰੀ ਆਪਾਂ ਮਗਰਲੇ ਇਤਿਹਾਸ 'ਤੇ ਨਜ਼ਰ ਨਹੀਂ ਮਾਰਦੇ। ਬਈ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਪੁੱਤਰਾਂ ਨੂੰ ਗੁਰਗੱਦੀ ਨਾ ਦਿੱਤੀ। ਗੁਰੂ ਅੰਗਦ ਦੇਵ ਮਹਾਰਾਜ ਨੇ ਵੀ ਆਪਣੇ ਸਪੁੱਤਰਾਂ ਨੂੰ ਗੁਰਗੱਦੀ ਨਹੀਂ ਦਿੱਤੀ। ਤੀਸਰੇ ਪਾਤਸ਼ਾਹ ਨੇ ਵੀ ਆਪਣੇ ਸਪੁੱਤਰਾਂ ਨੂੰ ਗੁਰਗੱਦੀ ਨਹੀਂ ਦਿੱਤੀ। ਵੱਡੇ ਛੋਟੇ ਤਾਂ ਗੱਲ ਹੀ ਛੱਡੋ। ਇਹ ਤਾਂ ਪੁਰਾਣੇ ਰਾਜਾ ਮਹਾਰਾਜ ਹੁੰਦਾ ਸੀ ਕਿ ਰਾਜੇ ਦਾ ਜਿਹੜਾ ਵੱਡਾ ਪੁੱਤਰ ਸੀ ਉਹ ਰਾਜਾ ਦੇ ਮਰਨ ਤੋਂ ਬਾਅਦ ਉਹ ਰਾਜਾ ਹੋ ਜਾ ਕਰਦਾ ਸੀ। ਪਰ ਸਿੱਖ ਧਰਮ 'ਚ ਅਜਿਹਾ ਨਹੀਂ ਹੈ। ਇੱਥੇ ਯੋਗ ਨੂੰ ਗੁਰਗੱਦੀ ਦਿੱਤੀ ਜਾਂਦੀ ਹੈ। ਉਹ ਭਾਵੇਂ 5.25 ਸਾਲ ਦਾ ਹੋਵੇ ਅਤੇ ਚਾਹੇ 63 ਸਾਲ ਦਾ ਹੋਵੇ, ਇਸ ਨਾਲ ਕੋਈ ਉਮਰ ਨਾਲ ਕੋਈ ਲੈਣਾ ਦੇਣਾ ਨਹੀਂ। ਇਸ ਲਈ ਚੌਥੇ ਪਾਤਸ਼ਾਹ ਨੇ ਦੇਖਿਆ ਜਿਹੜਾ ਪ੍ਰਿਥੀ ਚੰਦ ਹੈ ਵੱਡਾ ਸਪੁੱਤਰ, ਇਹ ਸੰਸਾਰਿਕ ਤੌਰ 'ਤੇ ਤਾਂ ਸਿਆਣਾ ਹੈ, ਸੰਗਤ ਦੀ ਸੇਵਾ ਕਰਦਾ ਹੈ, ਆਏ ਗਏ ਦੀ ਸਾਂਭ ਸੰਭਾਲ ਕਰਦਾ ਹੈ। ਸੰਗਤ ਵੀ ਪ੍ਰਿਥੀ ਚੰਦ ਨੂੰ ਹੀ ਜ਼ਿਆਦਾ ਜਾਣਦੀ ਸੀ, ਪਰ ਅਧਿਆਤਮਿਕ ਤੌਰ 'ਤੇ ਪ੍ਰਿਥੀ ਚੰਦ ਉੱਚਾ ਨਹੀਂ ਸੀ। ਅਤੇ ਕੌਮ ਦੀ ਅਗਵਾਈ ਕਰਨ ਲਈ ਦੋਨੋਂ ਪੱਖਾਂ ਤੋਂ ਸਿਆਣਾ ਬੰਦਾ ਚਾਹੀਦਾ, ਸੰਸਾਰਿਕ ਤੌਰ 'ਤੇ ਵੀ ਅਤੇ ਅਧਿਆਤਮਿਕ ਤੌਰ 'ਤੇ ਵੀ। ਤਾਂ ਕਰਕੇ ਚੌਥੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਗੱਦੀ ਦਿੱਤੀ ਕਿ ਇਹ ਦੋਨਾਂ ਕੰਮਾਂ ਲਈ ਯੋਗ ਹੈ। ਪਰ ਪ੍ਰਿਥੀ ਚੰਦ ਆਪ ਗੁਰੂ ਬਣਨਾ ਚਾਹੁੰਦਾ ਸੀ। ਇਸ ਲਈ ਉਹਨੂੰ ਪਤਾ ਸੀ ਕਿ ਜਿਹੜੀ ਸੰਗਤ ਹੈ ਉਹ ਮੈਨੂੰ ਜਾਣਦੀ ਹੈ, ਇਹ ਗੁਰੂ ਅਰਜਨ ਦੇਵ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਉਹਨੇ ਕੀ ਕੀਤਾ, ਅੰਮ੍ਰਿਤਸਰ ਨੂੰ ਜਿੰਨੇ ਰਸਤੇ ਆਉਂਦੇ ਸਨ ਸਾਰੇ 'ਤੇ ਆਪਣੇ ਬੰਦੇ ਬਿਠਾਤੇ ਵੀ ਜਿਹੜਾ ਵੀ ਗੁਰੂ ਘਰ ਨੂੰ ਆਵੇ ਉਹਨੂੰ ਇਹ ਕਹੋ ਵੀ ਚੌਥੇ ਪਾਤਸ਼ਾਹ ਨੇ ਆਪਣੇ ਵੱਡੇ ਸਪੁੱਤਰ ਪ੍ਰਿਥੀ ਚੰਦ ਨੂੰ ਗੁਰਗੱਦੀ ਦਿੱਤੀ ਹੈ ਅਤੇ ਉਹਨਾਂ ਨੂੰ ਮੇਰੇ ਕੋਲ ਲੈ ਆਇਆ ਕਰੋ। ਪੁਰਾਣੇ ਜ਼ਮਾਨੇ 'ਚ ਆਵਾਜਾਈ ਦੇ ਸਾਧਨ ਨਹੀਂ ਸਨ ਹੁੰਦੇ, ਕੋਈ ਅਖਬਾਰਾਂ ਰੇਡੀਓ TV ਨਹੀਂ ਸਨ ਹੁੰਦੇ। ਇਸ ਲਈ ਦੂਰ ਦੀ ਸੰਗਤ ਨੂੰ ਕਈ ਵਾਰੀ ਪਤਾ ਹੀ ਨਹੀਂ ਸੀ ਲੱਗਦਾ ਕਿ ਕਿਸ ਨੂੰ ਗੁਰੂ ਬਣਾਇਆ ਗਿਆ ਹੈ। ਇਸ ਲਈ ਸੰਗਤਾਂ ਨੂੰ ਨਹੀਂ ਸੀ ਪਤਾ, ਜਿਵੇਂ ਉਹ ਰਾਜ ਜਿਹੜੇ ਖੜ੍ਹੇ ਕੀਤੇ ਉਹ ਦੱਸੀ ਗਏ। ਜੋ ਵੀ ਭਟਾਵਾਂ ਸਿੱਖ ਲਿਆਉਂਦੇ ਉਹ ਪ੍ਰਿਥੀ ਚੰਦ ਰੱਖ ਲੈਂਦਾ। ਜਦੋਂ ਰੋਟੀ ਖਾਣ ਦਾ ਵੇਲਾ ਹੁੰਦਾ ਗੁਰੂ ਅਰਜਨ ਦੇਵ ਮਹਾਰਾਜ ਦੇ ਲੰਗਰ 'ਚ ਭੇਜਦਾ। ਹੁਣ ਦੇਖੋ, ਲੰਗਰ 'ਤੇ ਪੈਸੇ ਨਾਲ ਚੱਲਣਾ, ਰੋਟੀਆਂ ਦਾਲਾਂ ਸਬਜ਼ੀਆਂ ਅਸਮਾਨੋਂ ਨਹੀਂ ਡਿੱਗਣੀਆਂ। ਫਰਜ਼ ਕਰੋ ਤੁਹਾਡੇ 'ਚੋਂ ਕੋਈ ਵੀ ਐਤਵਾਰ ਨੂੰ ਪੈਸਾ ਨਹੀਂ ਚੜ੍ਹਾਉਂਦਾ ਅਤੇ ਲੰਗਰ ਨਹੀਂ ਚੱਲ ਸਕਦਾ। ਲੰਗਰ ਤਾਂ ਤਾਂ ਹੀ ਚੱਲੂਗਾ ਜੇ ਪੈਸਾ ਹੋਵੇਗਾ। ਹੁਣ ਪੈਸਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਕੋਲ ਕੋਈ ਆ ਨਹੀਂ ਰਿਹਾ, ਲੰਗਰ ਛਕਣ ਵਾਲੇ ਆ ਰਹੇ ਹਨ। ਇਸ ਲਈ ਕੀ ਹੋਇਆ, ਹੌਲੀ ਹੌਲੀ ਲੰਗਰ ਇੱਕ ਟਾਈਮ ਹੋ ਗਿਆ, 2 ਟਾਈਮ ਦੀ ਥਾਂ 1 ਟਾਈਮ ਹੋ ਗਿਆ। ਕਣਕ ਦੀ ਕਮੀ ਹੋ ਗਈ, ਫਿਰ ਲੰਗਰ ਛੋਲਿਆਂ ਦਾ ਹੋ ਗਿਆ, ਛੋਲਿਆਂ ਦੀ ਰੋਟੀ ਬਣਨ ਲੱਗ ਗਈ। ਭਾਈ ਗੁਰਦਾਸ ਜੀ ਉਹਨਾਂ ਦਿਨਾਂ 'ਚ UP ਵੱਲ ਨੂੰ ਗਏ ਸਨ ਪ੍ਰਚਾਰ ਕਰਨ, ਕਿਉਂਕਿ ਭਾਈ ਗੁਰਦਾਸ ਜੀ ਪੰਜਵੇਂ ਪਾਤਸ਼ਾਹ ਦੇ ਰਿਸ਼ਤੇਦਾਰ ਸਨ। ਭਾਈ ਗੁਰਦਾਸ ਜਦੋਂ ਆਏ ਉਹ ਬੀਬੀ ਭਾਨੀ ਦੇ ਭਰਾ ਸਨ, ਰਿਸ਼ਤੇਦਾਰੀ ਲੱਗਦੇ। ਜਦੋਂ ਲੰਗਰ ਦੇ ਵਿੱਚ ਛੋਲਿਆਂ ਦੀ ਰੋਟੀ ਖਾਣ ਨੂੰ ਮਿਲੀ ਉਹ ਹੱਕੇ ਬੱਕੇ ਰਹਿ ਗਏ। ਭਾਈ ਗੁਰਦਾਸ ਨੇ ਬੀਬੀ ਭਾਨੀ ਨਾਲ ਆਪਣੀ ਭੈਣ ਨਾਲ ਗੱਲ ਕੀਤੀ ਵੀ ਭੈਣੇ ਆਹ ਕੀ। ਬੀਬੀ ਭਾਨੀ ਨੇ ਸਾਰੀ ਗੱਲ ਦੱਸੀ ਵੀ ਇਸ ਤਰ੍ਹਾਂ ਇਹ ਪ੍ਰਿਥੀ ਚੰਦ ਕਰਦਾ ਹੈ। ਕਹਿੰਦੇ ਅੱਛਾ। ਉਹਨਾਂ ਨੇ ਬਾਬਾ
ਬੁੱਢਾ ਜੀ ਜਿਹੜੇ ਬੀੜ 'ਚ ਰਹਿੰਦੇ ਸਨ ਉਹਨਾਂ ਨੂੰ ਸੁਨੇਹਾ ਭੇਜਿਆ ਵੀ ਤੁਸੀਂ ਆਓ। ਬਾਬਾ ਬੁੱਢਾ ਜੀ ਨੂੰ ਸਾਰੀ ਸੰਗਤ ਜਾਣਦੀ ਸੀ ਅਤੇ ਭਾਈ ਗੁਰਦਾਸ ਜੀ ਨੂੰ ਸਾਰੀ ਸੰਗਤ ਜਾਣਦੇ ਸੀ। ਇਹ ਆਪ ਖਲੋ ਗਏ ਰਾਹਾਂ 'ਚ ਅਤੇ ਸੰਗਤ ਨੂੰ ਦੱਸਣਾ ਸ਼ੁਰੂ ਕੀਤਾ ਕਿ ਭਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਹਨ। ਇਸ ਲਈ ਸੰਗਤ ਫਿਰ ਗੁਰੂ ਅਰਜਨ ਦੇਵ ਮਹਾਰਾਜ ਦੇ ਆਉਣ ਲੱਗ ਪਈ। ਆਮਦਨ ਹੋ ਗਈ, ਹੌਲੀ ਹੌਲੀ ਪਹਿਲੇ ਵਰਗਾ ਲੰਗਰ ਸ਼ੁਰੂ ਹੋ ਗਿਆ। ਸੋ ਕਈ ਵਾਰੀ ਘਰ ਦੇ ਵਿੱਚ ਹੀ ਵਿਰੋਧਤਾ ਸ਼ੁਰੂ ਹੋ ਜਾਂਦੀ ਹੈ। ਬਾਹਰਲੇ ਵਿਰੋਧਤਾ ਕਰਨ ਹੋਰ ਗੱਲ ਹੁੰਦੀ ਹੈ, ਘਰ ਦੇ ਵਿੱਚ ਜਦੋਂ ਵਿਰੋਧਤਾ ਹੋਣੀ ਸ਼ੁਰੂ ਹੁੰਦੀ ਹੈ ਫਿਰ ਦੁੱਖ ਹੁੰਦਾ ਹੈ ਵੀ ਸਕਾ ਭਰਾ ਹੀ ਵਿਰੋਧਤਾ ਕਰ ਰਿਹਾ ਹੈ। ਉਹਨੇ ਕੀ ਕੀਤਾ, ਪ੍ਰਿਥੀ ਚੰਦ ਨੇ ਲਾਹੌਰ ਤੋਂ ਸੁਲੀ ਖਾਨ ਨੂੰ ਲੈ, ਉਹਦਾ ਮਿੱਤਰ ਸੀ ਆਪਸ 'ਚ, ਸੁਲੀ ਖਾਨ ਕੋਲ ਗਿਆ ਕਿ ਮੇਰੇ ਪਿਤਾ ਨੇ ਮੇਰੇ ਨਾਲ ਬੇਇਨਸਾਫੀ ਕੀਤੀ ਹੈ, ਮੈਂ ਵੱਡਾ ਸੀ ਘਰ 'ਚ, ਮੈਨੂੰ ਗੁਰਗੱਦੀ ਨਹੀਂ ਦਿੱਤੀ, ਗੁਰਗੱਦੀ ਮੇਰੇ ਛੋਟੇ ਭਰਾ ਨੂੰ ਦੇ ਗਏ ਹਨ, ਮੇਰਾ ਹੱਕ ਮੈਨੂੰ ਦਿਲਾਓ। ਸੁਲੀ ਖਾਨ ਕਹਿੰਦਾ ਵੀ ਉਹਨਾਂ ਕੋਲ ਕਿੰਨੀ ਕੁ ਫੌਜ ਹੈ? ਉਹ ਕਹਿੰਦੇ ਉਹਨਾਂ ਕੋਲ ਕੋਈ ਫੌਜ ਨਹੀਂ ਹੈ। ਕਹਿੰਦਾ ਫਿਰ ਕੀ ਹੈ, ਫਿਰ ਤਾਂ ਮੈਂ ਤੈਨੂੰ ਘੰਟੇ ਦਿਲਾ ਦਾਂਗਾ। ਜਿਹੜਾ ਪ੍ਰਿਥੀ ਚੰਦ ਇਹਦੇ ਸਹੁਰੇ ਸਨ ਹੇਹਰ ਪਿੰਡ ਦੇ ਵਿੱਚ। ਸੁਲੀ ਖਾਨ ਲਾਹੌਰ ਤੋਂ ਆਇਆ, ਪ੍ਰਿਥੀ ਚੰਦ ਉੱਥੇ ਹੇਹਰ ਗਿਆ ਹੋਇਆ, ਆਦਰ ਮਾਣ ਕੀਤਾ ਹੈ ਸੁਲੀ ਖਾਨ ਦਾ ਵੀ ਅੱਜ ਰਾਤ ਇੱਥੇ ਰੱਖਦਾ ਇਸ ਨੂੰ, ਕੱਲ੍ਹ ਨੂੰ ਲੈ ਕੇ ਚੱਲਾਂਗਾ ਅੰਮ੍ਰਿਤਸਰ। ਸ਼ਾਮ ਨੂੰ ਉਹਨੂੰ ਕਹਿੰਦਾ ਵੀ ਇੱਥੇ ਮੇਰੇ ਸਹੁਰਿਆਂ ਨੇ ਨਾ ਬੜੇ ਵੱਡੇ ਆਵੇ ਪਾਏ ਜਿਹਨੂੰ ਅੱਜ ਕੱਲ੍ਹ ਭੱਠਾ ਕਹਿੰਦੇ ਨੇ, ਉਹ ਤੁਹਾਨੂੰ ਵਿਖਾ ਕੇ ਲਿਆਵਾਂ। ਸੁਲੀ ਖਾਨ ਘੋੜੇ 'ਤੇ ਚੜ੍ਹਿਆ ਹੋਇਆ ਸੀ। ਆਵੇ ਦੇ ਕੋਲ ਜਦੋਂ ਘੋੜਾ ਆਇਆ, ਘੋੜਾ ਕਿਸੇ ਕਾਰਨ ਤਿਰਬ ਕੇ ਆਵੇ ਦੇ ਵਿੱਚ ਡਿੱਗ ਪਿਆ। ਘੋੜਾ ਵੀ ਤੇ ਸੁਲੀ ਖਾਨ ਵੀ ਦੋਨੋਂ ਸੜ ਕੇ ਮਰ ਗਏ। ਇਸ ਤਰ੍ਹਾਂ ਕਰਦੇ ਹਨ। ਪੰਚਮ ਪਾਤਸ਼ਾਹ 26 ਸਾਲਾਂ ਦੇ ਹੋ ਗਏ, 18 ਸਾਲ ਦੀ ਉਮਰ 'ਚ ਗੁਰੂ ਬਣੇ ਸਨ, 26 ਸਾਲ ਦੇ ਹੋ ਗਏ। ਆਪ ਜੀ ਦੀ ਸ਼ਾਦੀ ਕਰਤਾਰਪੁਰ ਜਿਹੜਾ ਸ਼ਹਿਰ ਹੈ ਉਹਦੇ ਨੇੜੇ ਮੌ ਪਿੰਡ ਹੈ, ਉੱਥੋਂ ਦੀ ਬੀਬੀ ਗੰਗਾ ਦੇਈ ਜਿਹਨੂੰ ਆਪਾਂ ਸਤਿਕਾਰ ਮਾਤਾ ਗੰਗਾ ਜੀ ਕਹਿੰਦੇ, ਗੰਗਾ ਦੇਈ ਜੀ ਨਾਲ ਆਪ ਜੀ ਦੀ ਸ਼ਾਦੀ ਹੋ ਗਈ ਹੈ। ਸ਼ਾਦੀ ਹੋ ਗਈ ਹੈ, 5 ਸਾਲ ਸ਼ਾਦੀ ਨੂੰ ਬੀਤ ਗਏ ਹਨ, ਕੋਈ ਬੱਚਾ ਨਹੀਂ ਹੋ ਰਿਹਾ ਹੈ। ਕੁਦਰਤੀ ਗੱਲ ਹੈ, ਬੰਦਾ ਮਹਿਸੂਸ ਕਰੇ ਨਾ ਕਰੇ, ਔਰਤ ਜ਼ਰੂਰ ਮਹਿਸੂਸ ਕਰਦੀ ਹੈ। ਜਿਹੜੀ ਪ੍ਰਿਥੀ ਚੰਦ ਦੀ ਘਰ ਵਾਲੀ ਹੈ ਕਰਮੂ, ਉਹ ਛੱਤ 'ਤੇ ਚੜ੍ਹ ਜਾਂਦੀ ਹੈ ਅਤੇ ਮਾਤਾ ਗੰਗਾ ਜੀ ਨੂੰ ਮਿਹਣੇ ਤਾਣੇ ਦਿੰਦੀ ਰਹਿੰਦੀ, ਕੋਈ ਨਹੀਂ, ਜੇ ਸਾਨੂੰ ਗੁਰਗੱਦੀ ਨਹੀਂ ਮਿਲੀ ਤੁਹਾਡੇ ਘਰ ਕਿਹੜਾ ਕੋਈ ਬੱਚਾ ਹੈਗਾ, ਜੇ ਤੁਸੀਂ ਮਰੋਗੇ ਸਾਨੂੰ ਮਿਲਣੀ ਹੈ। ਕਈ ਵਾਰੀ ਬੋਲ ਜਿਹੜੇ ਨੇ ਮਨ ਨੂੰ ਬੜਾ ਦੁਖੀ ਕਰਦੇ ਹਨ। ਮਾਤਾ ਗੰਗਾ ਜੀ ਇੱਕ ਦਿਨ ਆ ਕੇ ਪੰਚਮ ਪਾਤਸ਼ਾਹ ਆ ਕੇ ਕਹਿੰਦੇ ਵੀ ਤੁਸੀਂ ਸੰਗਤਾਂ ਨੂੰ ਦੁੱਧ ਪੁੱਤ ਦੀ ਦਾਤ ਦਿੰਦੇ ਹੋ, ਮੈਨੂੰ ਵੀ ਪੁੱਤਰ ਦੀ ਦਾਤ ਦਿਓ। ਪੰਚਮ ਪਾਤਸ਼ਾਹ ਨੇ ਦੇਖਿਆ ਕਿ ਪੁੱਤਰ ਤੇ ਹੋਵੇਗਾ, ਪਰ ਇਹ ਬਾਬਾ ਬੁੱਢਾ ਜੀ ਦੇ ਵਰ ਨਾਲ ਹੋਵੇਗਾ। ਇਹ ਲਿਖਿਆ ਹੁੰਦਾ ਹੈ ਕਿ ਕਿਵੇਂ ਕੋਈ ਚੀਜ਼ ਹੋਣੀ ਹੈ। ਜਿਹੜੇ ਨਾਸਤਿਕ ਲੋਕ ਹਨ ਜਾਂ ਜਿਨ੍ਹਾਂ ਨੂੰ ਧਰਮ ਦਾ ਗਿਆਨ ਨਹੀਂ, ਉਹ ਕਹਿੰਦੇ ਇਹਦਾ ਮਤਲਬ ਪੰਚਮ ਪਾਤਸ਼ਾਹ ਬਾਬਾ ਬੁੱਢਾ ਜੀ ਵੱਧ ਤਾਕਤਵਰ ਹੋਏ। ਪੰਚਮ ਪਾਤਸ਼ਾਹ ਤਾਂ ਆਪਣੀ ਘਰ ਨੂੰ ਪੁੱਤਰ ਦੇ ਨਹੀਂ ਸਕੇ, ਬਾਬਾ ਬੁੱਢਾ ਜੀ ਨੇ ਦੇਤਾ। ਉਹਨਾਂ ਨੂੰ ਗਿਆਨ ਨਹੀਂ ਹੈ ਕਿ ਜਿਹੜੀ ਪ੍ਰਾਪਤੀ ਹੈ ਉਹ ਕਿੱਥੋਂ ਹੋਣੀ ਹੁੰਦੀ ਹੈ, ਇਹ ਪਹਿਲਾਂ ਹੀ ਲਿਖਿਆ ਹੁੰਦਾ ਹੈ। ਤਾਂ ਹੀ ਉਹਨਾਂ ਕੋਲੇ ਭੇਜਿਆ। ਕਹਿੰਦੇ ਦੇਖ ਉਹ ਜੱਟ ਬੰਦਾ, ਤੁਸੀਂ ਸਵੇਰੇ ਪਰੌਂਠੇ ਬਣਾਉਣੇ, ਮਿੱਸੇ ਪ੍ਰਸ਼ਾਦੇ ਬਣਾਉਣੇ ਨੇ, ਨਾਲ ਲੱਸੀ ਲੈ ਲੈਣੀ ਹੈ, ਦਹੀਂ ਲੈ ਲੈਣਾ,
ਮੱਖਣ ਲੈ ਲੈਣੇ, ਨਾਲ ਗੰਢੇ ਲੈ ਲੈਣੇ, ਅਚਾਰ ਲੈ ਲੈਣਾ। ਪਾਕਿਸਤਾਨ ਜਿਹੜੇ ਬੰਦੇ ਆਏ ਨੇ ਉਹ ਬਹੁਤੇ ਗੰਢੇ ਬੋਲਦੇ ਨੇ, ਇੱਧਰਲੇ ਪਿਆਜ਼ ਬੋਲਦੇ, ਥੋੜ੍ਹਾ ਸੌਖਾ ਹੋ ਜਾਏ। ਜੋ ਅਸੀਂ ਬਠਿੰਡੇ ਜ਼ਿਲ੍ਹੇ 'ਚ ਗੰਢਾ ਬੋਲਣਾ ਔਖਾ ਹੈ, ਉੱਥੇ ਲੋਕ ਗੱਠੇ ਬੋਲਦੇ ਸੀ। ਚਲੋ ਕਿ ਨਾਲ ਗੰਢੇ ਲੈ ਜਾਣ। ਚਲੋ ਜੀ, ਸਵੇਰੇ ਉਹਨਾਂ ਰਥ ਤਿਆਰ ਕੀਤਾ, ਨਾਲ ਇੱਕ ਨੌਕਰਾਣੀ ਲਈ, ਸਾਰਾ ਕੁਛ ਰਥ 'ਤੇ ਰੱਖ ਕੇ ਜਾ ਰਹੇ ਨੇ। ਜਦੋਂ ਰਥ ਨੇੜੇ ਆਇਆ ਬਾਬਾ ਬੁੱਢਾ ਜੀ ਦੇ, ਬਾਬਾ ਬੁੱਢਾ ਜੀ ਨਾਰਾਇਣ ਪੁੱਛਦੇ, ਇਹ ਕੌਣ ਆ ਰਿਹਾ ਹੈ ਵੀ ਇੰਨੀ ਮਿੱਟੀ ਉੱਡ ਰਹੀ ਹੈ? ਕਹੇ ਜੇ ਗੁਰੂ ਕੇ ਮਹਿਲ ਆ ਰਹੇ ਹਨ। ਕਹਿੰਦੇ ਗੁਰੂ ਕੇ ਮਹਿਲਾਂ ਨੂੰ ਕੀ ਭਾਜੜ ਪੈ ਗਈ ਹੈ? ਦੱਸੋ, ਵਾਰ ਦੀ ਥਾਂ 'ਤੇ ਉਲਟੇ ਕੰਮ ਹੋ ਗਿਆ। ਮਾਤਾ ਗੰਗਾ ਜਦੋਂ ਪਹੁੰਚੇ, ਕਹਿੰਦੇ ਮਾਤਾ ਜੀ ਤੁਸੀਂ ਲੇਟ ਹੋ ਗਏ ਹੋ, ਮੈਂ ਤਾਂ ਰੋਟੀ ਖਾ ਲਈ ਹੈ, ਹੁਣ ਤਾਂ ਮੈਨੂੰ ਭੁੱਖ ਨਹੀਂ ਹੈ। ਮਾਤਾ ਗੰਗਾ ਜੀ ਵਾਪਸ ਆ ਗਏ। ਗੁਰੂ ਮਹਾਰਾਜ ਪੁੱਛਦੇ ਨੇ ਵੀ ਹਾਂ ਕੀ ਬਣਿਆ ਉੱਥੇ? ਕਹਿ ਜੀ ਉਹ ਤਾਂ ਕਹਿੰਦੇ ਮੈਂ ਤਾਂ ਰੋਟੀ ਖਾਧੀ ਹੋਈ, ਮੈਨੂੰ ਤਾਂ ਭੁੱਖ ਨਹੀਂ। ਕਹਿ ਤੁਸੀਂ ਕਿਵੇਂ ਗਏ ਸੀ? ਕਹਿ ਜੀ ਇਸ ਤਰ੍ਹਾਂ ਸਾਰੇ ਪ੍ਰਸ਼ਾਦੇ ਤਿਆਰ ਕੀਤੇ ਸਨ, ਆਪਣੇ ਨਾਲ ਇੱਕ ਨੌਕਰਾਣੀ ਲਈ, ਨਾ ਰਥ 'ਤੇ ਬੈਠ ਕੇ ਅਸੀਂ ਗਏ। ਕਹਿੰਦੇ ਦੇਖੋ ਤੁਸੀਂ ਮੰਗਣ ਗਏ ਸੀ, ਮੰਗਤਾ ਰਥਾਂ 'ਤੇ ਜਾਂਦਾ ਚੰਗਾ ਨਹੀਂ ਲੱਗਦਾ। ਕੱਲ੍ਹ ਨੂੰ ਫਿਰ ਉਸੇ ਤਰ੍ਹਾਂ ਲੰਗਰ ਤਿਆਰ ਕਰੋ, ਆਪਣੇ ਸਿਰ 'ਤੇ ਚੱਕ ਕੇ ਲੈ ਕੇ ਜਾਓ, ਪੈਦਲ ਜਾਓ। ਫਿਰ ਅਗਲੇ ਦਿਨ ਪੈਦਲ ਗਏ। ਬਾਬਾ ਬੁੱਢੇ ਵੇਖ ਕੇ ਮਾਤਾ ਗੰਗੇ ਖੜ੍ਹੇ ਹੋ ਗਏ, ਕਹਿੰਦੇ ਮਾਤਾ ਜੀ ਛੇਤੀ ਕਰੋ, ਅੱਜ ਮੈਨੂੰ ਬੜੀ ਭੁੱਖ ਲੱਗੀ ਹੈ। ਮਾਤਾ ਨੂੰ ਥੋੜ੍ਹੀ ਖੁਸ਼ੀ ਹੋ ਗਈ, ਸ਼ੁਕਰ ਹੈ। ਰੋਟੀ ਲੱਗੇ ਰਹੇ ਖਾਣ। ਹਾਲਾਂਕਿ ਮਾਤਾ ਜੀ ਨੇ ਕੁਛ ਨਹੀਂ ਕਿਹਾ ਮੈਨੂੰ ਆਹ ਚੀਜ਼ ਚਾਹੀਦੀ ਹੈ, ਕਿਉਂਕਿ ਉਹਨੇ ਮੰਗਣਾ ਸੀ ਪ੍ਰਸ਼ਾਦਾ ਛਕਾਉਣ ਤੋਂ ਬਾਅਦ। ਜਦੋਂ ਆਪਾਂ ਕਿਸੇ ਸਾਧੂ ਮਹਾਤਮਾ ਨੂੰ ਪ੍ਰਸ਼ਾਦਾ ਛਕਾਣੇ ਨਾ, ਉਹ ਉਹਨਾਂ ਕਰਨੀ ਹੁੰਦੀ ਬਾਅਦ 'ਚ ਅਰਦਾਸ। ਉਹ ਫਿਰ ਪੁੱਛਦੇ ਨੇ ਬੋਲੋ ਜੀ ਕੀ ਅਰਦਾਸ ਕਰੀਏ? ਬਾਅਦ 'ਚ ਕਹਿਣਾ ਸੀ। ਬਾਬਾ ਬੁੱਢਾ ਜੀ ਜਾਣੀ ਜਾਣ ਸਨ। ਉਹ ਗੰਢਾ ਉਹਨਾਂ ਨੇ ਲਿਆ, ਆਪਣੇ ਗੋਡੇ 'ਤੇ ਰੱਖਿਆ, ਜ਼ੋਰ ਦੀ ਮੁੱਕਾ ਮਾਰਿਆ ਗੰਢੇ 'ਤੇ। ਕਹਿੰਦੇ ਮਾਤਾ ਜੀ ਤੁਹਾਡੇ ਘਰ ਐਸਾ ਬੜੀ ਸੂਰਮਾ ਪੁੱਤਰ ਹੋਵੇਗਾ ਜਿਹੜਾ ਦੁਸ਼ਮਣਾਂ ਦੇ ਇਸ ਤਰ੍ਹਾਂ ਸਿਰ ਭੰਨੇਗਾ ਜਿਵੇਂ ਮੈਂ ਗੰਢੇ ਦਾ ਭੰਨਿਆ। ਲਓ ਜੀ, ਵਰ ਮਿਲ ਗਿਆ, ਪੁੱਤਰ ਹੋਊਗਾ, ਸੂਰਮਾ ਹੋਏਗਾ। ਮਾਤਾ ਜੀ ਖੁਸ਼ ਹੋ ਗਏ, ਆ ਕੇ ਦੱਸਿਆ। ਫਿਰ ਅਗਲੇ ਸਾਲ ਜਿਹੜਾ ਹੈ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਗੁਰੂ ਬਣ ਕੇ ਫਿਰ 10ਵੇਂ ਪਾਤਸ਼ਾਹ ਨੇ ਪਹਿਲਾ ਕੰਮ ਕੀਤਾ ਕਿ ਜਿਹੜਾ ਅੰਮ੍ਰਿਤ ਸਰੋਵਰ ਸੀ, ਇਹ ਚੌਥੇ ਪਾਤਸ਼ਾਹ ਨੇ ਪਟਵਾ ਤਾਂ ਦਿੱਤਾ ਸੀ, ਪਰ ਆਲੇ ਦੁਆਲੇ ਕੱਚਾ ਸੀ। ਪੰਜਵੇਂ ਪਾਤਸ਼ਾਹ ਨੇ ਸਰੋਵਰ ਪੱਕਾ ਕਰਵਾਇਆ। ਕਿ ਉਹ ਸਰੋਵਰ ਪੱਕਾ ਹੋ ਗਿਆ, ਫਿਰ ਆਪ ਜੀ ਨੇ ਇਹ ਸੋਚਿਆ ਵੀ ਇਹਦੇ ਵਿੱਚ ਨਾ ਹਰਿਮੰਦਰ ਸਾਹਿਬ ਬਣਾਇਆ ਜਾਵੇ। ਉਸ ਵੇਲੇ ਲਾਹੌਰ ਦੇ ਵਿੱਚ ਸੂਫੀ ਫਕੀਰ ਸੀ ਮੀਆਂ ਮੀਰ, ਜਿਹੜਾ ਬੜਾ ਆਦਰ ਮਾਣ ਸਤਿਕਾਰ ਸੀ, ਗੁਰੂ ਘਰ ਦਾ ਵੀ ਉਹ ਪ੍ਰੇਮੀ ਸੀ। ਉਹਨੂੰ ਗੁਰੂ ਮਹਾਰਾਜ ਨੇ ਸੁਨੇਹਾ ਭੇਜਿਆ ਵੀ ਅਸੀਂ ਤੁਹਾਡੇ ਤੋਂ ਨੀਂਹ ਪੱਥਰ ਰਖਵਾਉਣਾ ਹਰਿਮੰਦਰ ਸਾਹਿਬ ਦਾ, ਅਤੇ ਤੁਸੀਂ ਆਓ। ਫਿਰ ਮੀਆਂ ਮੀਰ ਜੀ ਨੇ ਹਰਿਮੰਦਰ ਸਾਹਿਬ ਦਾ ਜਿਹੜਾ ਹੈ ਨੀਂਹ ਪੱਥਰ ਰੱਖਿਆ ਹੈ 1588 ਵਿੱਚ। ਚਲੋ ਹਰਿਮੰਦਰ ਸਾਹਿਬ ਬਣਨਾ ਸ਼ੁਰੂ ਹੋ ਗਿਆ ਹੈ। ਇੱਕੋ ਚੀਜ਼ 'ਤੇ ਨਹੀਂ ਲੱਗੇ ਰਹੇ, ਫਿਰ ਉਹ ਨਾਲ ਸੰਤੋਖਸਰ ਸਰੋਵਰ ਵੀ ਖੁਦਵਾਉਣਾ ਸ਼ੁਰੂ ਕਰ ਦਿੱਤਾ। ਜਦੋਂ 6-6 ਫੁੱਟ ਖੋਦਿਆ ਗਿਆ, ਪੁਰਾਣੇ ਜ਼ਮਾਨੇ ਜਿਹੜੇ ਸਰੋਵਰ ਸਨ ਉਹ 18 ਫੁੱਟ ਡੂੰਘੇ ਖੋਦੇ ਜਾਂਦੇ ਸਨ। ਜਦੋਂ 6 ਫੁੱਟ ਡੂੰਘਾ
ਖੋਦਿਆ ਗਿਆ, ਪੁੱਟਿਆ ਗਿਆ ਹੈ, ਉਹਦੇ ਵਿੱਚ ਇੱਕ ਕਮਰਾ ਨਿਕਲਿਆ ਹੈ। ਸਿੱਖ ਗਏ ਗੁਰੂ ਮਹਾਰਾਜ ਕੋਲੇ ਵੀ ਮਹਾਰਾਜ ਜੀ ਉੱਥੇ ਇੱਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਵਿੱਚ। ਗੁਰੂ ਮਹਾਰਾਜ ਦਿਵ ਦ੍ਰਿਸ਼ਟੀ ਨਾਲ ਦੇਖਿਆ, ਕਹਿੰਦੇ ਭਾਈ ਉਹਦੇ ਇੱਕ ਰਿਸ਼ੀ ਬੈਠਾ ਹੈ, ਅਤੇ ਜੋ ਆਰਾਮ ਨਾਲ ਇੱਟਾਂ ਉੱਟਾਂ ਹਟਾਓ ਅਤੇ ਰਿਸ਼ੀ ਨੂੰ ਬਾਹਰ ਕੱਢੋ, ਅਸੀਂ ਆ ਰਹੇ ਹਾਂ। ਪੰਚਮ ਪਾਤਸ਼ਾਹ ਵੀ ਉੱਥੇ ਚਲੇ ਗਏ ਨੇ। ਜਦੋਂ ਇੱਟਾਂ ਹਟਾਈਆਂ, ਰਿਸ਼ੀ ਵਿੱਚ ਸਮਾਧੀ ਲਾ ਕੇ ਬੈਠਾ। ਗੁਰੂ ਮਹਾਰਾਜ ਨੂੰ ਜਾਚ ਸੀ ਕਿ ਸਮਾਧੀ ਦੇ ਵਿੱਚੋਂ ਸਾਵਧਾਨ ਕਿਵੇਂ ਕਰਨਾ, ਹਰ ਇੱਕ ਨੂੰ ਨਹੀਂ ਪਤਾ ਹੁੰਦਾ। ਤੁਸੀਂ ਛੇੜੀ ਛੁੜੀ ਜਾਓ, ਇਸ ਤਰ੍ਹਾਂ ਨਹੀਂ ਹੁੰਦਾ ਕੁਛ। ਹੁਣ ਸਿਰ ਝੱਸਿਆ ਉਸਦਾ। ਸਾਧੂ ਨੇ ਅੱਖਾਂ ਖੋਲ੍ਹੀਆਂ, ਪੁੱਛਦਾ ਕੌਣ ਸਾ ਯੁੱਗ ਹੈ? ਸਿੱਖ ਕਹਿੰਦੇ ਜੀ ਕਲ ਯੁੱਗ ਹੈ। ਕਹਿੰਦਾ ਅੱਛਾ, ਫਿਰ ਤਾਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋ ਗਿਆ ਹੋਏਗਾ। ਉਹ ਕਹਿੰਦੇ ਹਾਂ, ਇਹ 5ਵੇਂ ਥਾਂ 'ਤੇ ਨੇ, ਗੁਰੂ ਨਾਨਕ ਦੇਵ ਥਾਂ 'ਤੇ। ਕਹਿੰਦਾ ਮੈਂ ਇਸੇ ਸਮੇਂ ਦੀ ਉਡੀਕ 'ਚ ਬੈਠਾ ਸੀ। ਗੁਰੂ ਮਹਾਰਾਜ ਕਹਿੰਦੇ ਵੀ ਤੁਹਾਡਾ ਕੀ ਨਾਂ ਹੈ ਰਿਸ਼ੀ? ਕਹਿੰਦੇ ਮੇਰਾ ਨਾਂ ਸੰਤੋਖ ਦਾਸ। ਤੁਸੀਂ ਇੱਥੇ ਕਦੋਂ ਦੇ ਬੈਠੇ ਹੋ? ਕਹਿੰਦੇ ਮੈਂ ਦੁਆਪਰ ਯੁੱਗ ਦਾ ਬੈਠਾ। ਸਮਾਧੀ ਦੇ ਵਿੱਚ ਕੋਈ ਸਮਾਂ ਨਹੀਂ ਹੁੰਦਾ। ਜਦੋਂ ਸਮਾਧੀ ਲੱਗਦੀ ਹੈ ਕੋਈ ਸਮਾਂ ਨਹੀਂ ਹੁੰਦਾ। ਮੰਨ ਲਓ ਤੁਹਾਡੀ 20 ਸਾਲ ਦੀ ਉਮਰ 'ਚ ਸਮਾਧੀ ਲੱਗ ਗਈ ਹੈ, 30 ਸਾਲ ਤੁਹਾਡੀ ਸਮਾਧੀ ਲੱਗੀ ਰਹੀ ਹੈ। ਜਿਹੜਾ ਆਮ ਬੰਦਾ ਹੈ ਉਹ 50 ਸਾਲ ਦੀ ਦਾੜੀ ਅੱਧੀ ਚਿੱਟੀ ਹੋ ਜਾਂਦੀ ਹੈ, ਪਰ ਨਹੀਂ, ਜਦੋਂ ਸਮਾਧੀ ਟੁੱਟੇਗੀ ਉਹ 20 ਸਾਲ ਦਾ 20 ਸਾਲ ਦਾ ਉੱਡੇ ਰਹੇਗਾ, ਕਿਉਂਕਿ ਸਮਾਧੀ ਦੇ ਵਿੱਚ ਸਮਾਂ ਰੁਕ ਜਾਂਦਾ। ਕਹਿੰਦੇ ਤੁਸੀਂ ਕਿਉਂ ਬੈਠੇ ਹੋ? ਕਹਿਣ ਜੀ ਜਿਹੜਾ ਮੇਰਾ ਗੁਰੂ ਸੀ ਨਾ, ਮੇਰੇ ਤੋਂ ਕੋਈ ਵੱਧ ਘੱਟ ਬੋਲੇਗਾ, ਅਵੱਗਿਆ ਹੋ ਗਈ ਮੇਰੇ ਤੋਂ ਗੁਰੂ ਦੀ, ਉਹਨੇ ਮੈਨੂੰ ਸ਼ਰਾਪ ਦਿੱਤਾ। ਮੈਂ ਬੜੀਆਂ ਮਿੰਨਤਾਂ ਕੀਤੀਆਂ, ਉਹ ਕਹਿੰਦੇ ਹੁਣ ਤਾਂ ਕੁਛ ਨਹੀਂ ਹੋ ਸਕਦਾ। ਕਾਲਯੁੱਗ ਦੇ ਜੇ ਗੁਰੂ ਨਾਨਕ ਦੇਵ ਜੀ ਹੋਣਗੇ, ਉਹ ਤੈਨੂੰ ਮੇਰੇ ਸ਼ਰਾਪ ਤੋਂ ਬਰੀ ਕਰਨਗੇ। ਮੈਂ ਸੋਚਿਆ ਵੀ ਤਾਂ ਦੁਆਪਰ ਹੈ, ਪਤਾ ਨਹੀਂ ਕਦੋਂ ਕਲਯੁੱਗ ਆਵੇ। ਮੈਂ ਆਪਣੇ ਸਾਥੀਆਂ ਨੂੰ ਕਿਹਾ ਵੀ ਕਿ ਛੋਟਾ ਜਿਹਾ ਕਮਰਾ ਬਣਾਓ। ਮੈਂ ਕਮਰੇ 'ਚ ਬੈਠ ਗਿਆ ਔਰ ਕਿਹਾ ਇਹਨੂੰ ਬਾਹਰੋਂ ਵੀ ਬੰਦ ਕਰ ਦਿਓ। ਮੈਂ ਆਪਣੀ ਸਮਾਧੀ ਲਾ ਲਈ। ਉਦੋਂ ਤੋਂ ਮੈਂ ਸਮਾਧੀ ਸਥਿਤ ਹਾਂ। ਇਸ ਲਈ ਉਸ ਸਰੋਵਰ ਦਾ ਫਿਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਉਹਨੇ ਸਰੀਰ ਤਿਆਗ ਦਿੱਤਾ। ਉਹਦੇ ਨਾਂ 'ਤੇ ਹੀ ਸੰਤੋਖ ਸਰ ਸਰੋਵਰ ਬਣਾਇਆ ਗੁਰੂ ਮਹਾਰਾਜ ਨੇ। ਇੰਨੇ ਸਮੇਂ 'ਚ ਗੁਰੂ ਮਹਾਰਾਜ ਨੇ ਤਰਨ ਤਾਰਨ ਨਗਰ ਵਸਾਇਆ। ਉੱਥੇ ਸਰੋਵਰ ਦੀ ਖੁਦਾਈ ਕੀਤੀ। ਜਦੋਂ ਪੱਕਿਆਂ ਕਰਨ ਲੱਗੇ ਤਾਂ ਉੱਥੋਂ ਦਾ ਜਿਹੜਾ ਵੱਡਾ ਜਗੀਰਦਾਰ ਸੀ, ਉਹ ਸਾਰੀਆਂ ਇੱਟਾਂ ਚੱਕ ਕੇ ਲੈ ਗਿਆ। ਸਰੋਵਰ ਪੱਕਾ ਕਰਨ ਲਈ ਜਿਹੜੀ ਇੱਟਾਂ ਗੁਰੂ ਮਹਾਰਾਜ ਮੰਗਿਆ, ਸਾਰੀਆਂ ਚੱਕ ਕੇ ਲੈ ਗਿਆ। ਸਿੱਖਾਂ ਨੇ ਆ ਕੇ ਦੱਸਿਆ, ਮਹਾਰਾਜ ਜੀ ਉਹ ਫਲਾਣਾ ਜਗੀਰਦਾਰ ਸੀ, ਉਹ ਸਾਰੀ ਇੱਟਾਂ ਧੱਕੇ ਨਾਲ ਚੱਕ ਕੇ ਲੈ ਗਿਆ। ਗੁਰੂ ਮਹਾਰਾਜ ਕਹਿੰਦੇ ਕੋਈ ਨਹੀਂ, ਇੱਕ ਸਮਾਂ ਆਏਗਾ ਸਾਡੇ ਸਿੱਖ ਉਹ ਜਿੱਥੇ ਇੱਟਾਂ ਲਾਏਗਾ ਉਹ ਬਿਲਡਿੰਗ ਢਾਹ ਕੇ ਕਹਿੰਦੇ ਫਿਰ ਇੱਥੇ ਸਰੋਵਰ 'ਤੇ ਲੱਗਣਗੇ। ਅਤੇ ਉਹੀ ਗੱਲ ਹੋਈ। ਜਦੋਂ ਮਿਸਲਾਂ ਦਾ ਸਮਾਂ ਆਇਆ, ਫਿਰ ਜਿਹੜੀ ਉਹਨੇ ਇੱਟਾਂ ਨਾਲ ਹਵੇਲੀ ਬਣਾਈ ਸੀ, ਉਦੋਂ ਸਿੱਖਾਂ ਨੇ ਉਹਦੀ ਹਵੇਲੀ ਢਾਹ ਕੇ ਫਿਰ ਤਰਨ ਤਾਰਨ ਦੇ ਸਰੋਵਰ ਨੂੰ ਇੱਟਾਂ ਲਾਈ ਪੱਕਿਆ ਕੀਤਾ ਸੀ। ਸੋ ਸਰੋਵਰ ਆਪ ਜੀ ਨੇ ਤਿਆਰ ਕਰਾਇਆ। ਜਿੱਥੇ ਆਪ ਜੀ ਦੇ ਸਹੁਰੇ ਸਨ ਮੌ ਪਿੰਡ, ਉਹਦੇ ਨੇੜੇ ਕਰਤਾਰਪੁਰ ਨਗਰ ਵਸਾਇਆ। ਸਾਰੇ ਗੁਰੂ ਹੀ ਨਾ ਕੋਈ ਸ਼ਹਿਰ ਵਸਾਇਆ ਕਰਦੇ ਨੇ। ਜਿਵੇਂ ਗੁਰੂ ਨਾਨਕ ਦੇਵ ਨੇ ਕਰਤਾਰਪੁਰ ਪਾਕਿਸਤਾਨ 'ਚ ਵਸਾਇਆ ਸੀ, ਇਹਨਾਂ ਨੇ ਜਲੰਧਰ ਜ਼ਿਲ੍ਹੇ 'ਚ ਸੜਕ ਦੇ ਉੱਪਰ ਕਿਨਾਰੇ 'ਤੇ ਸ਼ਹਿਰ ਕਰਤਾਰ ਇਹ ਵਸਾਇਆ ਸੀ ਤੀਸਰੇ ਪਾਤਸ਼ਾਹ। ਜਿਵੇਂ ਦੂਸਰੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਵਸਾਇਆ, ਤੀਸਰੇ ਪਾਤਸ਼ਾਹ ਨੇ ਅੰਮ੍ਰਿਤਸਰ ਵਸਾਇਆ। ਇਸੇ ਤਰ੍ਹਾਂ ਹੀ ਇਹ ਸਿਲਸਿਲਾ ਸ਼ਹਿਰ ਵਸਾਉਣ ਦਾ ਕਈ ਵਾਰੀ ਚੱਲਦਾ ਰਿਹਾ। ਫਿਰ ਗੁਰੂ ਮਹਾਰਾਜ ਨੇ ਸੋਚਿਆ, ਗੁਰੂ ਮਹਾਰਾਜ ਜਿਹੜਾ ਭਰਾ ਸੀ ਪ੍ਰਿਥੀ ਚੰਦ, ਉਹਦਾ ਲੜਕਾ ਸੀ ਮਿਹਰਬਾਨ। ਮਿਹਰਬਾਨ ਵੀ ਕਵੀ ਸੀ। ਉਹ ਕਵਿਤਾ ਲਿਖਦਾ ਸੀ ਧਾਰਮਿਕ, ਅਤੇ ਹੇਠਾਂ ਨਾਨਕ ਲਿਖ ਦਿਆ ਕਰਦਾ ਸੀ ਵੀ ਸਮਾਂ ਪਾ ਕੇ ਸਿੱਖਾਂ ਨੂੰ ਪਤਾ ਹੀ ਨਾ ਲੱਗੇ ਵੀ ਕਿਹੜੀ ਬਾਣੀ ਗੁਰੂ ਦੀ ਅਤੇ ਕਿਹੜੀ ਨਹੀਂ ਹੈ। ਗੁਰੂ ਮਹਾਰਾਜ ਦੇ ਨੋਟਿਸ 'ਚ ਆ ਗਿਆ ਵੀ ਇਹ ਇਸ ਤਰ੍ਹਾਂ ਕਰਦਾ, ਕੱਲ੍ਹ ਨੂੰ ਤਾਂ ਮਿਲਾਵਟ ਹੋ ਜਾਏਗੀ ਬਾਣੀ 'ਚ।
ਇਸ ਲਈ ਗੁਰੂ ਮਹਾਰਾਜ ਕੋਲੇ ਬਹੁਤ ਸਾਰੀ ਬਾਣੀ ਆ ਚੁੱਕੀ ਸੀ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਵੀ ਗਏ, ਜਿਹੜੇ ਵੀ ਭਗਤ ਨੂੰ ਮਿਲੇ, ਜਿਸ ਭਗਤ ਦੇ ਵਿਚਾਰ ਗੁਰੂ ਨਾਨਕ ਦੇਵ ਜੀ ਨਾਲ ਮਿਲਦੇ ਸਨ, ਉਹਦੀ ਬਾਣੀ 'ਚ ਨਮੂਨੇ ਵਜੋਂ ਕੁਝ ਬਾਣੀ ਲਿਆ ਕਰਦੇ। ਸਾਰੀ ਨਹੀਂ ਸੀ ਲਿਆਉਂਦੇ, ਨਮੂਨੇ ਵਜੋਂ ਕੁਝ ਲੈ ਆਉਂਦੇ ਸਨ। ਇਸ ਤਰ੍ਹਾਂ ਉਹ ਆਪਣੀ ਕਾਪੀ 'ਚ ਲਿਖਦੇ ਰਹੇ। ਆਪ ਵੀ ਗੁਰੂ ਨਾਨਕ ਨੇ ਬਹੁਤ ਬਾਣੀ ਲਿਖੀ, ਉਹ ਸਾਰੀ ਕਾਪੀ ਦੇ ਵਿੱਚ ਉਹ ਦਰਜ ਕਰ ਲਈ। ਜਦੋਂ ਗੁਰੂ ਨਾਨਕ ਦੇ ਸਰੀਰ ਤਿਆਗਣ ਲੱਗੇ ਨੇ, ਉਹਨਾਂ ਆਪਣੀ ਸਾਰੀ ਬਾਣੀ ਗੁਰੂ ਅੰਗਦ ਦੇਵ ਮਹਾਰਾਜ ਦੇ ਦਿੱਤੀ। ਗੁਰੂ ਅੰਗਦ ਦੇਵ ਮਹਾਰਾਜ ਨੇ 63 ਸ਼ਲੋਕ ਲਿਖੇ। ਇਹ ਸਾਰੀ ਬਾਣੀ ਉਹਨਾਂ ਨੇ ਤੀਸਰੇ ਪਾਤਸ਼ਾਹ ਨੂੰ ਦਿੱਤੀ। ਤੀਸਰੇ ਪਾਤਸ਼ਾਹ ਨੇ ਵੀ ਬਾਣੀ ਲਿਖੀ। ਇਹ ਸਾਰੀ ਬਾਣੀ ਚੌਥੇ ਪਾਤਸ਼ਾਹ ਕੋਲ ਆ ਗਈ। ਚੌਥੇ ਪਾਤਸ਼ਾਹ ਨੇ ਵੀ ਬਾਣੀ ਲਿਖੀ। ਉਹ ਸਾਰੀ ਬਾਣੀ ਪੰਚਮ ਪਾਤਸ਼ਾਹ ਕੋਲ ਆ ਗਈ। ਪੰਚਮ ਪਾਤਸ਼ਾਹ ਨੇ ਵੀ 1621 ਈਸਵੀ ਤੱਕ ਬਹੁਤ ਬਾਣੀ ਲਿਖ ਲਈ। ਉਹਨਾਂ ਦੇ ਦਰਬਾਰ 'ਚ 11 ਭੱਟ ਰਹਿੰਦੇ ਸਨ, ਉਹਨਾਂ ਵੀ ਬਾਣੀ ਲਿਖੀ। 3 ਸਿੱਖਾਂ ਦੀ ਬਾਣੀ, 2 ਤਾਂ ਉਹਨਾਂ ਦੇ ਕੀਰਤਨੀਏ ਸਨ, ਇੱਕ ਬਾਬਾ ਸੁੰਦਰ ਜੀ ਸਨ। ਉਹ ਸਾਰਿਆਂ ਦੀ ਬਾਣੀ ਪੰਚਮ ਪਾਤਸ਼ਾਹ ਕੋਲੇ ਆ ਗਈ। 5 ਗੁਰੂਆਂ ਦੀ, 11 ਭੱਟਾਂ ਦੀ, 15 ਭਗਤਾਂ ਦੀ, 3 ਸਿੱਖਾਂ ਦੀ ਬਾਣੀ। ਉਸ ਵੇਲੇ ਸਿੱਖ ਵਿਦਵਾਨ ਸਨ ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਨੂੰ ਬੁਲਾਇਆ ਤੇ ਕਹਿੰਦੇ ਆਪਾਂ ਇੱਕ ਗ੍ਰੰਥ ਤਿਆਰ ਕਰਨਾ। 1601 ਈਸਵੀ ਤੋਂ ਲੈ ਕੇ 1604 ਈਸਵੀ ਤੱਕ 3 ਸਾਲਾਂ ਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਤਿਆਰ ਹੋਇਆ। ਜਦੋਂ ਤਿਆਰ ਹੋ ਗਿਆ, ਉੱਧਰੋਂ ਹਰਿਮੰਦਰ ਸਾਹਿਬ ਵੀ ਤਿਆਰ ਹੋ ਚੁੱਕਾ ਹੈ। ਫਿਰ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਬਣਾਇਆ ਗਿਆ ਹੈ। ਇਹ ਸੰਤੋਖ ਸਾਹਿਬ ਸਰੋਵਰ ਦੇ ਕੋਲ ਜਗ੍ਹਾ ਹੈ, ਜਿੱਥੇ ਬੈਠ ਕੇ ਟੈਂਟ ਲਾ ਕੇ ਸਾਰਾ ਲਿਖਿਆ ਸੀ, ਜਿੱਥੇ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਦਾ ਛਾਪਾਖਾਨਾ ਵੀ ਆਧਾਰ ਪੁਸਤਕ ਗ੍ਰੰਥ ਛਾਪਣ। ਉੱਥੇ ਟੈਂਟ ਲਾ ਕੇ ਇਹ 3 ਸਾਲ ਦੋਨੋਂ ਲੱਗੇ ਰਹੇ ਅਤੇ ਗੁਰੂ ਗ੍ਰੰਥ ਸਾਹਿਬ ਤਿਆਰ ਹੋਇਆ। ਸੰਗਤਾਂ ਨੂੰ ਸੁਨੇਹੇ ਭੇਜੇ ਗਏ ਕਿ ਫਲਾਣੇ ਦਿਨ ਇਹ ਗ੍ਰੰਥ ਜਿਹੜਾ ਹੈ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਨਾ ਹੈ, ਤੁਸੀਂ ਪਹੁੰਚ ਜਾਓ। ਸਮੇਂ 'ਤੇ ਸਾਰੀ ਸੰਗਤ ਆ ਗਈ ਹੈ। ਜਿਹੜਾ ਰਾਹ ਹਰਿਮੰਦਰ ਸਾਹਿਬ ਨੂੰ ਜਾਂਦਾ ਸੀ, ਆਲ ਸੰਗਤ ਦੋਨੋਂ ਪਾਸੇ ਲਾਈਨਾਂ ਬਣਾ ਕੇ ਖਲੋ ਗਈ ਹੈ। ਭਾਈ ਗੁਰਦਾਸ ਜੀ ਨੇ ਜਿਹੜਾ ਹੈ ਬਾਬਾ ਬੁੱਢਾ ਜੀ ਨੇ ਸਰੂਪ ਸਿਰ 'ਤੇ ਚੁੱਕਿਆ ਹੈ। ਭਾਈ ਗੁਰਦਾਸ ਜੀ ਪਾਣੀ ਛਿੜਕ ਰਹੇ ਨੇ ਅੱਗੇ। ਪੰਚਮ ਪਾਤਸ਼ਾਹ ਚੌਰ ਸਾਹਿਬ ਕਾਰਨ ਕੋਈ ਢੋਲਕੀਆਂ ਵਜਾ ਰਿਹਾ, ਕੋਈ ਛੈਣੇ ਵਜਾ ਰਿਹਾ, ਕੋਈ ਸੰਖ ਵਜਾ ਰਿਹਾ ਹੈ। ਬੜੇ ਸਤਿਕਾਰ ਸਹਿਤ ਸ਼ਬਦ ਗਾਉਂਦੇ ਹੋਏ ਗੁਰੂ ਗ੍ਰੰਥ ਸਾਹਿਬ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਸਥਾਪਿਤ ਕੀਤਾ, ਪ੍ਰਕਾਸ਼ ਕੀਤਾ ਹੈ। ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਜਿਹੜਾ ਹੈ ਬਣਾਇਆ ਗਿਆ ਹੈ। ਸੋ ਇਹ ਬਹੁਤ ਵੱਡਾ ਕੰਮ ਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੇ। ਪਹਿਲਾਂ ਤਾਂ ਹਰਿਮੰਦਰ ਸਾਹਿਬ ਬਣਾਉਣਾ। ਹਰਿਮੰਦਰ ਸਾਹਿਬ ਦੇਖਣ ਨੂੰ ਕੋਈ ਬਹੁਤ ਵੱਡਾ ਗੁਰਦੁਆਰਾ ਨਹੀਂ ਹੈਗਾ, ਕਿਉਂਕਿ ਉਸ ਜ਼ਮਾਨੇ ਦੇ ਵਿੱਚ ਮੰਦਰ ਵੀ ਛੋਟੇ ਹੁੰਦੇ ਸਨ, ਮਸੀਤਾਂ ਵੀ ਛੋਟੀਆਂ ਹੁੰਦੀਆਂ ਸਨ, ਅਤੇ ਸਮੇਂ ਦਾ ਪ੍ਰਭਾਵ ਹੁੰਦਾ ਹੈ। ਸੰਗਤ ਵੀ ਥੋੜ੍ਹੀ ਹੋਈ ਹੁੰਦੀ ਸੀ ਉਦੋਂ। ਹੁਣ ਦੇ ਜ਼ਮਾਨੇ ਜਿਹੜੇ ਗੁਰਦੁਆਰਾ ਬਣਾਉਣਾ ਹੁੰਦਾ, ਮੇਰੇ ਖਿਆਲ ਘੱਟ ਤੋਂ ਘੱਟ ਵੀ ਅੱਧੇ ਸਰੋਵਰ ਜਿੱਡਾ ਬਣਾਉਣਾ ਪੈਣਾ ਸੀ। ਅੱਧਾ ਹਿੱਸਾ ਸਰੋਵਰ ਦਾ ਰੱਖ ਲੈਂਦੇ, ਕਿਉਂਕਿ ਲੋਕ ਦੇ ਬੇਰੀ ਹੇਠੇ ਨਹਾਉਂਦੇ ਥੋੜ੍ਹੇ ਜਿਹੇ ਥਾਂ 'ਚ। ਥੋੜ੍ਹੇ ਜਿਹੇ ਥਾਂ 'ਚ ਸਾਰੇ ਲੋਕ ਨਹਾਉਂਦੇ ਨੇ। ਸਰੋਵਰ ਬਹੁਤ ਵੱਡਾ ਹੈ। ਉਦੋਂ ਸੰਗਤ ਥੋੜ੍ਹੀ ਹੁੰਦੀ ਸੀ। ਤੁਸੀਂ ਆਪ ਅੰਦਾਜ਼ਾ ਲਓ ਵੀ ਸਾਰੀ ਸੰਗਤ ਜਿਹੜਾ ਅੱਜ ਹਰਿਮੰਦਰ ਸਾਹਿਬ ਹੈ ਉਹਦੇ ਵਿੱਚ ਬੈਠੀ ਹੁੰਦੀ ਸੀ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਥੋੜ੍ਹੀ ਹੀ ਸੰਗਤ ਉਦੋਂ ਹੁੰਦੀ ਸੀ, ਕਿਉਂਕਿ ਸਿੱਖ ਕੌਮ ਅਜੇ ਇੰਨੀ ਵਧੀ ਫੁੱਲੀ ਨਹੀਂ ਸੀ। ਹਰਿਮੰਦਰ ਸਾਹਿਬ ਬਣਾਇਆ। ਆਮ ਮੰਦਿਰਾਂ ਦੇ ਮਸੀਤਾਂ ਦੇ ਜਿਹੜੇ ਦਰਵਾਜ਼ੇ ਨੇ ਉਹ ਇੱਕੋ ਹੀ ਹੁੰਦੇ ਨੇ, ਉਸੇ 'ਚ ਅੰਦਰ ਵੜਨਾ, ਉਸੇ ਰਾਹੀਂ ਬਾਹਰ ਨਿਕਲਣਾ।
ਉਸ ਵੇਲੇ ਹਿੰਦੁਸਤਾਨ ਦੇ ਵਿੱਚ 4 ਜਾਤਾਂ ਸਨ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ। ਗੁਰੂ ਮਹਾਰਾਜ ਨੇ ਸਾਰਿਆਂ ਲਈ ਹਰਿਮੰਦਰ ਸਾਹਿਬ ਖੁੱਲ੍ਹਾ ਰੱਖਣਾ, ਇਸ ਲਈ ਦੇ 4 ਦਰਵਾਜ਼ੇ ਉਹਨਾਂ ਨੇ ਰੱਖੇ ਵੀ ਭਾਈ ਪੂਰਬ ਵੱਲੋਂ, ਪੱਛਮ ਵੱਲੋਂ, ਉੱਤਰ ਵੱਲੋਂ, ਦੱਖਣ ਵੱਲੋਂ ਕੋਈ ਵੀ ਆਓ, ਬ੍ਰਾਹਮਣ ਆਓ, ਹਿੰਦੂ ਆਓ, ਸਿੱਖ ਆਓ, ਮੁਸਲਮਾਨ ਆਓ, ਕੋਈ ਵੀ ਆਓ, ਸਭ ਨੂੰ ਜੀ ਆਇਆ ਹੈ, ਸਭ ਲਈ ਇਹ ਦਰਵਾਜ਼ੇ ਖੁੱਲ੍ਹੇ ਹਨ। ਇੱਕ ਮੈਂ ਦੇਖੀ ਵੀ ਕਿਆ ਜ਼ਬਰਦਸਤ ਕਾਰਾਗਰੀ ਹੈ। ਆਪਾਂ ਜਦੋਂ ਘਰ ਪਾਉਂਦੇ ਹਾਂ, ਸਾਡੇ ਸਵੇਰੇ ਜਾਂ ਸ਼ਾਮ ਨੂੰ ਧੁੱਪ ਅੰਦਰ ਆ ਜਾਂਦੀ ਹੈ। ਹਰਿਮੰਦਰ ਸਾਹਿਬ ਦੇ ਦਰਵਾਜ਼ੇ ਦੀ ਡਾਇਰੈਕਸ਼ਨ ਐਸੀ ਰੱਖੀ ਹੋਈ ਹੈ ਕਿ ਕਿਸੇ ਵੇਲੇ ਵੀ ਧੁੱਪ ਅੰਦਰ ਨਹੀਂ ਆਉਂਦੀ, ਕਿਸੇ ਵੇਲੇ ਵੀ ਧੁੱਪ ਅੰਦਰ ਨਹੀਂ ਆਉਂਦੀ। ਹਰਿਮੰਦਰ ਸਾਹਿਬ ਹਾਲਾਂਕਿ ਬਾਹਰਲੇ ਸ਼ਹਿਰ ਨਾਲੋਂ ਨੀਵੇਂ ਥਾਂ 'ਤੇ ਹੈ, ਪਰ ਆਲੇ ਦੁਆਲੇ ਵੱਡੀਆਂ ਵੱਡੀਆਂ ਬਿਲਡਿੰਗਾਂ ਹਨ, ਕਿਸੇ ਵੀ ਬਿਲਡਿੰਗ ਦਾ ਪਰਛਾਵਾਂ ਹਰਿਮੰਦਰ ਸਾਹਿਬ 'ਤੇ ਨਹੀਂ ਪੈਂਦਾ। ਹਰਿਮੰਦਰ ਸਾਹਿਬ ਇਸ ਵੇਲੇ ਸਿੱਖ ਕੌਮ ਦਾ ਕੇਂਦਰੀ ਸਥਾਨ ਹੋ ਗਿਆ ਹੈ। ਕੋਈ ਹਿੰਦੂ ਮੁਸਲਮਾਨ ਆਉਂਦਾ ਹੈ, ਉਹ ਵੀ ਉੱਥੇ ਮੱਥਾ ਟੇਕਦਾ ਹੈ, ਹਿੰਦੂ ਆਉਂਦੇ ਨੇ ਉਹ ਵੀ ਮੱਥਾ ਟੇਕਦੇ ਨੇ, ਸਿੱਖ ਨੇ ਉਹ ਵੀ ਮੱਥਾ ਟੇਕਦੇ ਨੇ, ਬਾਹਰਲਾ ਕੋਈ ਸੈਲਾਨੀ ਆਉਂਦਾ ਹੈ ਉਹ ਵੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦਾ ਹੈ। ਬਾਹਰੋਂ ਕੋਈ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅੰਮ੍ਰਿਤਸਰ ਆਇਆ, ਉਹ ਵੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦਾ ਹੈ। ਸੋ ਐਸਾ ਸਥਾਨ ਆਪ ਜੀ ਨੇ ਬਣਾਇਆ ਜਿਹਦੇ ਸਮਾਂ ਪਾ ਕੇ ਇੰਨੀ ਜ਼ਿਆਦਾ ਮਹਾਨਤਾ ਹੋ ਗਈ। ਹੁਣ ਤਾਂ ਵਾਰੀ ਨਹੀਂ ਆਉਂਦੀ ਇੱਥੇ ਮੱਥਾ ਟੇਕਣ ਦੀ। ਸਾਡੇ ਵਰਗੇ ਬੁੜੇ ਜੇ ਚਲੇ ਵੀ ਜਾਣ ਤਾਂ ਦੇਖਦੇ ਨੇ ਸੰਗਤ ਨੂੰ ਵੀ ਇਹ 2 ਘੰਟਿਆਂ ਤੋਂ ਪਹਿਲਾਂ ਮੇਰੀ ਵਾਰੀ ਨਹੀਂ ਆਖਦੀ ਮੱਥਾ ਟੇਕਣ ਦੀ। ਮੈਂ ਤਾਂ ਸੱਚੀ ਗੱਲ, ਜਦੋਂ ਹੁਣ ਜਾਣਾ, ਜਦੋਂ ਬੁੱਢਾ ਹੋ ਗਿਆ, ਅਕਾਲ ਤਖਤ ਦੇ ਕੋਲ ਖਲੋ ਕੇ ਨਾ ਜਿੱਥੇ ਨਿਸ਼ਾਨ ਸਾਹਿਬ ਨੇ, ਉੱਥੇ ਹੀ ਸੱਚੇ ਪਾਤਸ਼ਾਹ ਮੇਰੀ ਹਾਜ਼ਰੀ ਪ੍ਰਵਾਨ ਕਰੋ, ਮੈਂ 2 ਘੰਟੇ ਲਾਈਨ 'ਚ ਨਹੀਂ ਖਲੋ ਸਕਦਾ। ਉੱਥੋਂ ਹੀ ਮੱਥਾ ਟੇਕ ਕੇ ਆਪਣੀ ਹਾਜ਼ਰੀ ਲਵਾ ਕੇ ਆ ਜਾਂਦਾ। ਇੰਨੀ ਹੁਣ ਸੰਗਤ ਉਸ ਸਥਾਨ 'ਤੇ ਆਉਂਦੀ ਹੈ। ਹੋਰ ਕਿਸੇ ਵੀ ਗੁਰਦੁਆਰੇ ਦੇ ਵਿੱਚ ਇੰਨੀ ਸੰਗਤ ਨਹੀਂ ਜਾਂਦੀ ਜਿੰਨੀ ਹਰਿਮੰਦਰ ਸਾਹਿਬ 'ਤੇ। ਐਸਾ ਸਥਾਨ ਬਣਾਇਆ ਗੁਰੂ ਮਹਾਰਾਜ ਨੇ। ਫਿਰ ਗੁਰੂ ਗ੍ਰੰਥ ਸਾਹਿਬ ਤਿਆਰ ਹੋ ਗਿਆ ਹੈ, ਪ੍ਰਕਾਸ਼ ਹੋ ਗਿਆ ਹੈ। ਹੁਣ ਹਰਿਮੰਦਰ ਸਾਹਿਬ ਦੇ 'ਚ ਕੀਰਤਨ ਹੋਣਾ ਸ਼ੁਰੂ ਹੋ ਗਿਆ ਹੈ, ਉੱਥੇ ਹੀ ਕਥਾ ਵਾਰਤਾ ਹੁੰਦੀ ਹੈ। ਬਾਬਾ ਬੁੱਢਾ ਜੀ ਸਾਡੇ ਗ੍ਰੰਥੀ ਬਣਾਏ ਗਏ ਹਨ। ਜਿਹੜੇ ਗੁਰੂ ਘਰ ਦੇ ਵਿਰੋਧੀ ਸਨ, ਉਹ ਅਕਬਰ ਆਇਆ ਹੋਇਆ ਸੀ ਉਹਨਾਂ ਦਿਨਾਂ 'ਚ ਬਟਾਲੇ। ਗੁਰੂ ਘਰ ਦੇ ਵਿਰੋਧੀਆਂ ਨੇ ਅਕਬਰ ਕੋਲੇ ਜਾ ਕੇ ਸ਼ਿਕਾਇਤ ਲਾਤੀ ਵੀ ਗੁਰੂ ਅਰਜਨ ਦੇਵ ਬਾਰੇ ਜਿਹੜਾ ਗ੍ਰੰਥ ਤਿਆਰ ਕੀਤਾ ਤਾਂ ਮੁਸਲਮਾਨਾਂ ਦੇ ਬੜਾ ਵਿਰੁੱਧ ਲਿਖਿਆ ਹੋਇਆ ਹੈ। ਸ਼ਿਕਾਇਤ ਜਾਵੇ ਤਾਂ ਕੁਦਰਤੀ ਗੱਲ ਹੈ, ਸੁਣਨਾ ਤਾਂ ਪਏਗਾ ਨਾ। ਅਕਬਰ ਨੇ ਸੁਨੇਹਾ ਭੇਜਿਆ ਅੰਮ੍ਰਿਤਸਰ ਪੰਚਮ ਪਾਤਸ਼ਾਹ ਨੂੰ ਕਿ ਤੁਹਾਡੇ ਵਿਰੁੱਧ ਸ਼ਿਕਾਇਤ ਆਈ ਹੈ, ਇਸ ਲਈ ਤੁਸੀਂ ਜਿਹੜਾ ਗ੍ਰੰਥ ਲਿਖਿਆ ਉਸ ਨੂੰ ਲੈ ਕੇ ਇੱਥੇ ਬਟਾਲੇ ਆਓ। ਗੁਰੂ ਮਹਾਰਾਜ ਨੇ ਬਾਬਾ ਬੁੱਢਾ ਜੀ ਦੀ, ਭਾਈ ਗੁਰਦਾਸ ਜੀ ਅਤੇ ਹੋਰ ਸਿੱਖਾਂ ਦੀ ਡਿਊਟੀ ਲਾਈ ਕਿ ਤੁਸੀਂ ਸਤਿਕਾਰ ਸਹਿਤ ਇਹ ਗ੍ਰੰਥ ਨੂੰ, ਉਦੋਂ ਇਹਨੂੰ ਪੋਥੀ ਕਿਹਾ ਕਰਦੇ ਸਨ, ਪੋਥੀ ਪਰਮੇਸ਼ਰ ਦਾ ਥਾਨ ਆਉਂਦਾ ਨਾ। ਹੌਲੀ ਹੌਲੀ 10ਵੇਂ ਪਾਤਸ਼ਾਹ ਤੱਕ ਇਹਨੂੰ ਗ੍ਰੰਥ ਸਾਹਿਬ ਕਹਿਣ ਲੱਗੇ ਸਨ। ਭਾਈ ਦਇਆ ਸਿੰਘ ਜੀ ਗ੍ਰੰਥ ਸਾਹਿਬ ਲਿਆਓ। 10ਵੇਂ ਪਾਤਸ਼ਾਹ ਨੇ ਜਦੋਂ ਗੁਰਗੱਦੀ ਦਿੱਤੀ, ਉਦੋਂ ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿਣ ਲੱਗ ਪਏ। ਕਹਿੰਦੇ ਭਾਈ ਤੁਸੀਂ ਇਸ ਗ੍ਰੰਥ ਨੂੰ ਸਤਿਕਾਰ ਸਹਿਤ ਲੈ ਜਾਓ। ਜੋ ਸੰਗਤ ਨੂੰ ਰਸਤੇ ਪਿੰਡਾਂ 'ਚ ਪਤਾ ਲੱਗਣ ਲੱਗਾ, ਸੰਗਤ ਬੜਾ ਸਤਿਕਾਰ ਕੀਤਾ, ਨਾਲ ਰਲਦੀ ਗਈ ਸੰਗਤ। ਸ਼ਬਦ ਕੀਰਤਨ ਹੋ ਰਿਹਾ ਹੈ। ਜਦੋਂ ਜਿੱਥੇ ਅਕਬਰ ਠਹਿਰਿਆ ਸੀ, ਜਦੋਂ ਨੇੜੇ ਪਹੁੰਚੇ ਤਾਂ ਜ਼ੋਰ ਜ਼ੋਰ ਦੀ ਆਵਾਜ਼ ਆ ਰਹੀ ਹੈ ਸਤਿਨਾਮ ਵਾਹਿਗੁਰੂ ਦੀਆਂ ਕੀਰਤਨ ਦੀ। ਅਕਬਰ ਪੁੱਛਦਾ ਵੀ ਇਹ ਕਾਹਦਾ ਰੌਲਾ ਹੈ? ਕਹਿੰਦੇ ਸਿੱਖ ਨੇ ਜਿਹੜਾ ਤੁਸੀਂ ਗ੍ਰੰਥ ਮੰਗਾਇਆ ਉਸ ਨੂੰ ਲੈ ਕੇ ਆ ਰਹੇ ਹਨ। ਅਕਬਰ ਨੇ ਬਾਹਰ ਨਿਕਲ ਕੇ ਵੇਖਿਆ ਵੀ ਤਾਂ ਬੜੇ ਸਤਿਕਾਰ ਨਾਲ ਲਿਆ ਰਹੇ ਹਨ। ਅਕਬਰ ਫਿਰ ਅੰਦਰ ਚਲਿਆ ਗਿਆ। ਗ੍ਰੰਥ ਸਾਹਿਬ ਲਿਆਂਦਾ ਹੈ, ਉਹਦਾ ਪ੍ਰਕਾਸ਼ ਕੀਤਾ ਗਿਆ। ਬਾਬਾ ਬੁੱਢਾ ਜੀ ਗ੍ਰੰਥੀ ਸਿੰਘ ਨੇ ਤਾਬੇ ਬੈਠੇ ਨੇ। ਕਹਿੰਦੇ ਬੋਲੋ ਜੀ, ਕਿੱਥੋਂ ਪੜ੍ਹ ਕੇ ਤੁਹਾਨੂੰ ਸੁਣਾਈ? ਅਕਬਰ ਕਹਿੰਦਾ ਇੰਨੇ ਸਫ਼ੇ ਤੋਂ ਸੁਣਾਓ। ਉਹਨਾਂ ਉਹ ਸੁਣਾਤਾ। ਉਹਨੇ ਦੇਖਿਆ ਵਿੱਚ ਤੇ ਕੋਈ ਐਸੀ ਗੱਲ ਨਹੀਂ ਲਿਖੀ। 10-12 ਥਾਵਾਂ ਤੋਂ ਖੁਲਵਾ ਕੇ ਅਕਬਰ ਨੇ
ਉਹ ਪੜ੍ਹਾ ਕੇ ਦੇਖਿਆ ਹੈ। ਉਹਨੂੰ ਜਿਹੜੇ ਵਿਚਾਰਧਾਰਾ ਸੀ ਗੁਰੂ ਮਹਾਰਾਜ ਦੀ ਉਹ ਬੜੀ ਚੰਗੀ ਲੱਗੀ। ਉਹਨੇ ਸਗੋਂ 51 ਮੋਹਰਾਂ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ, ਅਤੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਅਤੇ ਹੋਰ ਸਿੱਖਾਂ ਨੂੰ ਬੜਾ ਸਤਿਕਾਰ ਸਹਿਤ ਇਹ ਵਾਪਸ ਕੀਤਾ, ਸਰੋਪੇ ਦਿੱਤੇ। ਸਮਾਂ ਬੀਤਿਆ, ਅਕਬਰ ਇੱਕ ਵਾਰੀ ਫਿਰ ਆਇਆ ਤਾਂ ਗੁਰੂ ਮਹਾਰਾਜ ਨੇ ਕਿਹਾ, ਭਈ 3 ਸਾਲ ਹੋ ਗਏ ਪੰਜਾਬ 'ਚ ਕਾਲ ਪੈ ਗਿਆ ਹੈ, ਇਹਨਾਂ ਦਾ ਜੱਟਾਂ ਦਾ ਮਾਮਲਾ ਮਾਫ਼ ਕਰੋ। ਅਕਬਰ ਨੇ ਗੁਰੂ ਮਹਾਰਾਜ ਦੇ ਕਹਿਣ 'ਤੇ ਮਾਮਲਾ ਮਾਫ਼ ਕਰਤਾ। ਇਸ ਲਈ ਇਸ ਜਿੰਨੇ ਜੱਟ ਪਰਿਵਾਰ ਸੀ ਸਾਰੇ ਉਹ ਬੜੇ ਖੁਸ਼ ਹੋਏ। ਉਹ ਸਗੋਂ ਸ਼ਰਧਾਲੂ ਗਏ ਗੁਰੂ ਮਹਾਰਾਜ ਦੇ। 1605 ਈਸਵੀ ਦੇ ਵਿੱਚ ਜਹਾਂਗੀਰ ਹਿੰਦੁਸਤਾਨ ਦਾ ਰਾਜਾ ਬਣਾ। ਹਰ ਰਾਜੇ ਦਾ, ਹਰ ਵਿਅਕਤੀ ਦਾ ਆਪਣਾ ਆਪਣਾ ਸੁਭਾਅ ਹੁੰਦਾ ਹੈ। ਕਈ ਰਾਜੇ ਬੜੇ ਦਿਆਲੂ ਹੁੰਦੇ ਨੇ, ਕਈ ਸਖਤ ਹੁੰਦੇ ਨੇ, ਕਈ ਜ਼ਾਲਮ ਹੁੰਦੇ ਨੇ। ਔਰੰਗਜ਼ੇਬ ਵਰਗੇ, ਹਿਟਲਰ ਵਰਗੇ, ਮਸੋਲੀਨੀ ਵਰਗੇ ਬਹੁਤ ਜ਼ਾਲਮ ਲੋਕ ਹੋਏ ਨੇ। ਰਸ਼ੀਆ ਅਤੇ ਚੀਨ ਦੇ ਵੀ ਕੁਝ ਰਾਜੇ ਬੜੇ ਜ਼ਾਲਮ ਹੋਏ ਹਨ, ਜਿਨ੍ਹਾਂ ਨੇ ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ 'ਚ ਲੋਕਾਂ ਨੂੰ ਮਾਰਤਾ ਸੀ। ਖੈਰ, ਜਹਾਂਗੀਰ 5 ਬੋਤਲਾਂ ਕਹਿੰਦੇ ਰੋਜ਼ ਸ਼ਰਾਬ ਪੀਆ ਕਰਦਾ ਸੀ। ਅਕਬਰ ਨਹੀਂ ਸੀ ਚਾਹੁੰਦਾ ਉਹਨੂੰ ਰਾਜਾ ਬਣਾਉਣਾ, ਵੀ ਸ਼ਰਾਬੀ ਕਬਾਬ ਨੇ ਰਾਜਾ ਬਣਾ ਕੇ ਕੀ ਕਰਾਂਗੇ। ਪਰ ਪੁੱਤਰ ਇੱਕੋ ਹੀ ਸੀ ਅਕਬਰ ਦਾ। ਅਕਬਰ ਜਹਾਂਗੀਰ ਦੇ ਪੁੱਤਰ ਖੁਸਰੋ ਨੂੰ ਪਸੰਦ ਕਰਦਾ ਸੀ ਵੀ ਮੈਂ ਇਹਨੂੰ ਰਾਜ ਦੇਣਾ ਹੈ, ਪਰ ਮਜਬੂਰੀ ਵਸ ਉਸਨੂੰ ਜਹਾਂਗੀਰ ਨੂੰ ਰਾਜ ਦੇਣਾ ਪੈ ਗਿਆ। ਜਹਾਂਗੀਰ 1605 ਈਸਵੀ 'ਚ ਰਾਜਾ ਬਣ ਗਿਆ ਹੈ। ਇਹ ਕੱਟੜ ਸੁਭਾਅ ਦਾ ਸੀ, ਆਪਣੇ ਆਪਣੇ ਸੁਭਾਅ ਹੁੰਦੇ। ਇਹ ਕੱਟੜ ਸੁਭਾਅ ਦਾ ਸੀ। ਜਦੋਂ ਜਹਾਂਗੀਰ ਰਾਜਾ ਬਣਿਆ, ਖੁਸਰੋ ਨੇ ਬਗਾਵਤ ਕਰਤੀ। ਜਹਾਂਗੀਰ ਦੇ ਪੁੱਤਰ ਨੇ ਹੀ ਆਪਣੇ ਪਿਓ ਦੇ ਵਿਰੁੱਧ ਬਗਾਵਤ ਕਰਤੀ ਵੀ ਮੈਂ ਰਾਜਾ ਬਣਨਾ। ਹੁਣ ਖੁਸਰੋ ਕੋਲੇ ਫੌਜ ਘੱਟ ਸੀ, ਜਹਾਂਗੀਰ ਰਾਜਾ ਬਣ ਚੁੱਕਾ ਸੀ। ਜਦੋਂ ਬਣ ਜੇ ਫਿਰ ਹੋਰ ਗੱਲ ਹੁੰਦੀ ਹੈ। ਇਸ ਲਈ ਖੁਸਰੋ ਹਾਰ ਗਿਆ ਅਤੇ ਅਫਗਾਨਿਸਤਾਨ ਵੱਲ ਨੂੰ ਭੱਜਿਆ ਜਾ ਰਿਹਾ ਹੈ। ਅੱਗੇ ਅੱਗੇ ਖੁਸਰੋ ਹੈ, ਪਿੱਛੇ ਜਹਾਂਗੀਰ ਵੀ ਜਾ ਰਿਹਾ, ਪਤਾ ਕਰਦਾ ਵੀ ਕਿੱਧਰ ਨੂੰ ਗਿਆ ਹੈ। ਖੁਸਰੋ ਆ ਗਿਆ ਤਰਨ ਤਾਰਨ, ਗੁਰੂ ਮਹਾਰਾਜ ਨੂੰ ਮਿਲਿਆ, ਲੰਗਰ ਪਾਣੀ ਛਕਿਆ। ਲੰਗਰ ਦੇ ਵਿੱਚ ਖੁਸਰੋ ਅਤੇ ਉਹਦੇ ਸਾਥੀਆਂ ਨੇ, ਕਿਉਂਕਿ ਮਗਰੋਂ ਜਹਾਂਗੀਰ ਆ ਰਿਹਾ ਸੀ, ਉਹਨੂੰ ਖਤਰਾ ਵੀ ਕਿਤੇ ਫੜਿਆ ਨਾ ਜਾਵਾਂ, ਇਸ ਲਈ ਉਹ ਛੇਤੀ ਹੀ ਤਰਨ ਤਾਰਨ ਤੋਂ ਅੱਗੇ ਨੂੰ ਚਲਿਆ ਗਿਆ ਹੈ। ਜਿਹੜੇ ਮੁੱਲਾਂ ਮਲਾਣੇ ਸਨ ਉਹਨਾਂ ਨੂੰ ਮੌਕਾ ਮਿਲ ਗਿਆ। ਕੁਝ ਸਮੇਂ ਬਾਅਦ ਜਹਾਂਗੀਰ ਵੀ ਲਾਹੌਰ ਆ ਗਿਆ ਹੈ। ਇਹਨਾਂ ਮੁੱਲਾਂ ਮਲਾਣਿਆਂ ਨੇ ਦੱਸਿਆ ਆਪਣੇ ਕੋਲੋਂ ਲਾ ਕੇ ਕਿ ਤੁਹਾਡਾ ਪੁੱਤਰ ਇੱਥੇ ਆਇਆ ਸੀ। ਗੁਰੂ ਮਹਾਰਾਜ ਨੇ ਉਹਨੂੰ ਰੋਟੀ ਪਾਣੀ ਬੜੇ ਪਿਆਰ ਨਾਲ ਛਕਾਇਆ, ਉਹਦੇ ਲਈ ਰਾਜ ਗੱਦੀ ਦੀ ਅਰਦਾਸ ਕੀਤੀ, ਉਹਨੂੰ ਰਾਜ ਗੱਦੀ ਦਾ ਤਿਲਕ ਲਾਇਆ, ਉਹਨੂੰ ਬਹੁਤ ਸਾਰੇ ਪੈਸੇ ਵੀ ਦਿੱਤੇ। ਖੁਸਰੋ ਨੇ ਨਾ ਜਹਾਂਗੀਰ ਨੇ ਅੰਮ੍ਰਿਤਸਰ ਸੁਨੇਹਾ ਭੇਜਤਾ ਕਿ ਤੁਸੀਂ ਆਓ ਜੀ, ਤੁਹਾਡੇ ਵਿਰੁੱਧ ਸ਼ਿਕਾਇਤ ਹੈ ਗੁਰੂ ਅਰਜਨ ਦੇਵ ਮਹਾਰਾਜ। ਗੁਰੂ ਅਰਜਨ ਦੇਵ ਵੱਲ ਦੇਖਿਆ ਵੀ ਸਾਡਾ ਅੰਤਮ ਸਮਾਂ ਆ ਗਿਆ ਹੈ। ਉਹਨਾਂ ਨੇ ਬਾਬਾ ਬੁੱਢਾ ਜੀ ਦੀ ਡਿਊਟੀ ਲਾਈ ਕਿ ਤੁਸੀਂ ਇਸ ਤਰ੍ਹਾਂ ਕਰਨਾ ਹੈ, ਸਾਡੇ ਸਰੀਰ ਤਿਆਗਣ ਤੋਂ ਬਾਅਦ ਹਾਰ ਗੋਬਿੰਦ ਨੂੰ ਜਿਹੜਾ ਹੈ ਗੁਰਗੱਦੀ ਦਾ ਤਿਲਕ ਲਾ ਦੇਣਾ। ਆਪ ਕੁਝ ਸਿੱਖਾਂ ਨੂੰ ਨਾਲ ਲੈ ਕੇ ਪੰਚਮ ਪਾਤਸ਼ਾਹ ਲਾਹੌਰ ਨੂੰ ਚੱਲ ਪਿਆ। ਜਹਾਂਗੀਰ ਨੂੰ ਮਿਲੇ ਨੇ। ਜਹਾਂਗੀਰ ਕਹਿੰਦਾ ਤੁਸੀਂ ਮੇਰੇ ਪੁੱਤਰ ਦੀ ਬੜੀ ਆਓ ਭਗਤ ਕੀਤੀ। ਕਹਿੰਦਾ ਦੇਖੋ ਇਹ ਗੁਰੂ ਨਾਨਕ ਦਾ ਲੰਗਰ ਹੈ, ਇੱਥੇ ਕੋਈ ਵੀ ਲੰਗਰ ਛਕ ਸਕਦਾ। ਚੋਰ ਆਓ, ਡਾਕੂ ਆਓ, ਲਟੇਰਾ ਆਓ, ਕੋਈ ਅਸੀਂ ਕਿਸੇ ਨੂੰ ਪੁੱਛਿਆ ਨਹੀਂ ਤੂੰ ਕੌਣ ਹੈ ਕੌਣ ਨਹੀਂ, ਜਿਹੜਾ ਪੰਗਤ 'ਚ ਬੈਠ ਗਿਆ ਲੰਗਰ ਛਕੋ। ਤੁਸੀਂ ਵੀ ਛਕ ਸਕਦੇ ਹੋ, ਇਹ ਸਭ ਲਈ ਖੁੱਲ੍ਹਾ ਹੈ, ਜਿੰਨੇ ਮਰਜ਼ੀ ਆ ਜਾਣ। ਅਸੀਂ ਲੰਗਰ ਛਕਾਇਆ, ਅਸੀਂ ਹੋਰ ਕੁਛ ਨਹੀਂ। ਕਹਿੰਦੇ ਤੁਸੀਂ ਉਹਦੇ ਲਈ ਅਰਦਾਸ ਕੀਤੀ ਹੈ,
ਕਹਿੰਦੇ ਸਾਨੂੰ ਕੀ ਲੋੜ ਹੈ, ਅਸੀਂ ਧਾਰਮਿਕ ਬੰਦੇ ਹਾਂ, ਅਸੀਂ ਇਸ ਰਾਜ ਨੂੰ ਕੀ ਕਰਨਾ, ਕਿਉਂ ਅਸੀਂ ਕਿਸੇ ਦੀ ਅਰਦਾਸ ਕਰਦੇ ਫਿਰੀਏ, ਅਸੀਂ ਨਹੀਂ ਇਸ ਤਰ੍ਹਾਂ ਕਰਦੇ, ਸਾਨੂੰ ਰਾਜਨੀਤੀ ਨਾਲ ਕੋਈ ਲੈਣ ਦੇਣਾ ਨਹੀਂ ਹੈਗਾ। ਕਹਿੰਦੇ ਤੁਸੀਂ ਉਹਨੂੰ ਪੈਸੇ ਦਿੱਤੇ ਨੇ, ਕਹਿੰਦੇ ਦੇਖੋ ਇਹ ਸੰਗਤ ਦੇ ਪੈਸੇ ਨੇ, ਸੰਗਤ ਦੇ ਪੈਸੇ ਅਸੀਂ ਕਿਸੇ ਬੰਦੇ ਨੂੰ ਨਹੀਂ ਦੇ ਸਕਦੇ, ਇਸ ਲਈ ਅਸੀਂ ਨੂੰ ਕੋਈ ਪੈਸਾ ਨਹੀਂ ਦਿੱਤਾ। ਕਹਿ ਤੁਸੀਂ ਨਵਾਂ ਧਰਮ ਚਲਾਇਆ, ਕਹਿੰਦੇ ਹਾਂ ਚਲਾਇਆ, ਇਹ ਧਰਮ ਬੰਦ ਕਰੋ। ਉਹ ਕਹਿੰਦੇ ਇਹ ਨਹੀਂ ਬੰਦ ਹੋ ਸਕਦਾ, ਜਾਂ 2 ਲੱਖ ਜੁਰਮਾਨਾ ਦਿਓ। ਉਹ ਕਹਿੰਦੇ ਜੁਰਮਾਨਾ ਅਸੀਂ ਕਦ ਦੇਈਏ, ਅਸੀਂ ਜਦੋਂ ਕੋਈ ਕਸੂਰ ਹੀ ਨਹੀਂ ਕੀਤਾ ਜੁਰਮਾਨਾ ਕਦ ਦੇਈਏ। ਕਹਿੰਦੇ ਜਾਂ ਜੁਰਮਾਨਾ ਦਿਓ, ਉਹ ਕਹਿੰਦੇ ਅਸੀਂ ਨਹੀਂ ਦੇਣਾ, ਜਾਂ ਧਰਮ ਛੱਡ ਦਿਓ ਚਲਾਉਣਾ, ਕਹਿੰਦੇ ਇਹ ਨਹੀਂ ਛੱਡਿਆ ਜਾ ਸਕਦਾ। ਮੁਸਲਮਾਨ ਹੋ ਜਾਓ, ਕਹਿੰਦੇ ਅਸੀਂ ਮੁਸਲਮਾਨ ਨਹੀਂ ਹੋਣਾ। ਕਹਿੰਦੇ ਫਿਰ ਮਰਨ ਲਈ ਤਿਆਰ ਹੋ ਜਾਓ, ਉਹ ਕਹਿੰਦੇ ਅਸੀਂ ਤਿਆਰ ਹਾਂ। ਜਹਾਂਗੀਰ ਅੱਗੇ ਨੂੰ ਜਾ ਰਿਹਾ ਸੀ, ਉਹ ਚੰਦੂ ਲਾਲ ਅਹਿਲਕਾਰ ਸੀ ਜਹਾਂਗੀਰ ਦਾ। ਚੰਦੂ ਲਾਲ ਨੂੰ ਕਿਹਾ ਵੀ ਇਹਨੂੰ ਲੈ ਜਾ ਆਪਣੀ ਹਵੇਲੀ 'ਚ, ਹੈ ਇਹਨੂੰ ਦੇ ਤਸੀਹੇ, ਜਾਂ ਤਾਂ ਇਹਨੂੰ ਕਹੋ ਵੀ 2 ਲੱਖ ਰੁਪਈਆ ਦੇ ਜੁਰਮਾਨਾ, ਜੇ 2 ਲੱਖ ਦੇ ਦੇ ਸਾਨੂੰ ਸੁਨੇਹਾ ਭੇਜ ਦੇ, ਜੇ ਨਾ ਦੇਵੇ ਇਹਨੂੰ ਕਹੇ ਭਾਈ ਮੁਸਲਮਾਨ ਹੋ ਜਾ। ਜੇ ਮੁਸਲਮਾਨ ਵੀ ਨਹੀਂ ਹੁੰਦਾ, ਜੇ ਤਾਂ ਮੁਸਲਮਾਨ ਹੋਣਾ ਮੰਨ ਜੇ ਸਾਨੂੰ ਸੁਨੇਹਾ ਭੇਜ ਦੇ, ਜੇ ਨਹੀਂ ਮੁਸਲਮਾਨ ਹੁੰਦਾ ਫਿਰ ਤਸੀਹੇ ਦੇ ਦੇ ਕੇ ਮਾਰ ਦੇਣਾ ਹੈ। ਚੰਦੂ ਲਾਲ ਨੇ ਆਪਣੀ ਹਵੇਲੀ 'ਚ ਲਿਆ ਕੇ ਗੁਰੂ ਮਹਾਰਾਜ ਲਾਹੌਰ ਆਪ ਜੀ ਨੂੰ ਪਤਾ ਵੀ ਤੱਤੀਏ ਤਵੀ 'ਤੇ ਬਿਠਾ ਕੇ ਤੱਤਾ ਦਿੱਤਾ ਰੇਤਾ ਸਰੀਰ 'ਤੇ ਪਾਉਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਕੋਈ ਬੰਦਾ ਬਹੁਤ ਤੱਤੀ ਥਾਂ 'ਤੇ ਬੈਠਦਾ, ਤੱਤਾ ਤੱਤਾ ਰੇਤਾ ਉਹਦੇ 'ਤੇ ਪੈਂਦਾ, ਉਹਦਾ ਜਿਹੜਾ ਮਾਸ ਹੈ ਨਾ, ਚਰਬੀ, ਇਹ ਪਿਘਲਣੀ ਸ਼ੁਰੂ ਹੋ ਜਾਂਦੀ ਹੈ। ਇਸ ਪ੍ਰਕਾਰ ਤਸੀਹੇ ਦਿੰਦਿਆਂ ਦਿੰਦਿਆਂ ਗੁਰੂ ਮਹਾਰਾਜ ਨੂੰ ਜੇਠ ਸੁਦੀ ਚੌਥ 1606 ਈਸਵੀ ਨੂੰ ਸ਼ਹੀਦ ਕਰ ਦਿੱਤਾ ਗਿਆ, ਅਤੇ ਰਾਤ ਨੂੰ ਉਹਨਾਂ ਦੀ ਡੈੱਡ ਬੋਡੀ ਜਿਹੜੀ ਸੀ ਉਸ ਨੂੰ ਰਾਵੀ ਦਰਿਆ ਦੇ ਜਲ ਪ੍ਰਵਾਹ ਕਰਤਾ। ਉਹਨਾਂ ਤਾਂ ਆਪਣੇ ਵੱਲੋਂ ਸੁੱਟ ਦਿੱਤਾ, ਆਪਸ ਸਤਿਕਾਰ ਵਜੋਂ ਕਹਿੰਦੇ ਵੀ ਜਲ ਪ੍ਰਵਾਹ ਕਰਤਾ। ਇਸ ਪ੍ਰਕਾਰ ਗੁਰੂ ਅਰਜਨ ਦੇਵ ਮਹਾਰਾਜ ਨੇ 3 ਵੱਡੇ ਕੰਮ ਕੀਤੇ ਆਪਣੀ ਜ਼ਿੰਦਗੀ 'ਚ। ਇੱਕ ਜਿਹੜਾ ਹੈ ਹਰਿਮੰਦਰ ਸਾਹਿਬ ਬਣਾਉਣਾ, ਦੂਸਰਾ ਗੁਰੂ ਗ੍ਰੰਥ ਸਾਹਿਬ ਤਿਆਰ ਕਰਨਾ, ਅਤੇ ਤੀਸਰਾ ਹੈ ਸ਼ਹੀਦੀ ਦੇਣਾ। ਇਹ 3 ਗੱਲਾਂ ਕਰਕੇ ਹਮੇਸ਼ਾ ਹਮੇਸ਼ਾ ਲਈ ਗੁਰੂ ਅਰਜਨ ਦੇਵ ਮਹਾਰਾਜ ਦਾ ਨਾਮ ਇਸ ਸੰਸਾਰ 'ਚ ਰਹਿਣਾ ਹੈ। ਹੁਣ ਆਪਾਂ ਕੁਝ ਸਮਾਂ ਵਿਚਾਰ ਕਰਨੇ ਉਹਨਾਂ ਦੀ ਬਾਣੀ 'ਤੇ ਕਿ ਉਹਨਾਂ ਨੇ ਕੀ ਸਾਨੂੰ ਸਿੱਖਿਆ ਦਿੱਤੀ। ਇਹ ਬਾਣੀ ਸਾਰਾ ਉਪਦੇਸ਼ ਹੈ, ਇਹ ਸਿੱਖਿਆ ਹੈ, ਆਹ ਕਰਨਾ ਚਾਹੀਦਾ, ਆਹ ਨਹੀਂ ਕਰਨਾ ਚਾਹੀਦਾ। ਕਿਉਂਕਿ ਗੁਰਮੰਤਰ ਦੇ ਨਾਲ ਹਮੇਸ਼ਾ ਜਿਹੜਾ ਹੈ ਕੁਝ ਰਹਿਤਾਂ ਕੁਰਹਿਤਾਂ ਦੱਸੀਆਂ ਜਾਂਦੀਆਂ ਹਨ ਕਿ ਹੇ ਸਿੱਖਾ, ਅੱਜ ਤੋਂ ਤੈਨੂੰ ਗੁਰਮੰਤਰ ਦਿੱਤਾ, ਤੂੰ ਸਾਡਾ ਸਿੱਖ ਹੋ ਗਿਆ, ਤੂੰ ਆਹ ਕੰਮ ਕਰਨੇ ਨੇ, ਆਹ ਕੰਮ ਨਹੀਂ ਕਰਨੇ, ਇਹ ਦੱਸਿਆ ਜਾਂਦਾ। ਤੁਹਾਡੇ 'ਚ ਜਿਹਨੇ ਅੰਮ੍ਰਿਤ ਛਕਿਆ ਹੈ, 5 ਪਿਆਰਿਆਂ ਨੇ ਰਹਿਤਾਂ ਅਤੇ ਕੁਰਹਿਤਾਂ ਦੱਸੀਆਂ ਸਨ। ਇਸ ਤਰ੍ਹਾਂ ਬਾਣੀ ਰਾਹੀਂ ਗੁਰੂ ਮਹਾਰਾਜ ਨੇ ਸਿੱਖ ਕੌਮ ਨੂੰ ਜੋ ਉਪਦੇਸ਼ ਦਿੱਤਾ, ਉਹ ਕੁਝ ਸਮਾਂ ਇਹਦੇ 'ਤੇ ਵਿਚਾਰ ਆਪਾਂ ਨੇ ਕਰਨੀ ਹੈ। ਹੁਣ ਦੇ ਇੱਕ ਬੜਾ ਪ੍ਰਸਿੱਧ ਸ਼ਬਦ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿ ਹੇ ਇਨਸਾਨ, ਦੇਹੁਰੀ ਆਉਂਦਾ ਸਰੀਰ, ਕਿ ਹੇ ਇਨਸਾਨ ਤੈਨੂੰ ਇਹ ਮਨੁੱਖਾ ਸਰੀਰ ਮਿਲਿਆ ਹੈ, ਕਾਹਦੇ ਲਈ ਮਿਲਿਆ ਹੈ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰਮਾਤਮਾ ਨੂੰ ਮਿਲਣ ਦੀ ਤੇਰੀ ਵਾਰੀ ਆ ਗਈ ਹੈ। ਕਿਉਂਕਿ ਹੋਰ ਕਿਸੇ ਵੀ ਜੂਨੀ 'ਚ ਪਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ। 84 ਲੱਖ ਜੂਨੀਆਂ ਦੇ ਵਿੱਚੋਂ ਇੱਕ ਮਨੁੱਖਾ ਜੂਨੀ ਹੀ ਹੈ ਜਿਸ ਦੇ ਵਿੱਚ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਇਸ ਲਈ ਕਹੇ ਤੇਰੀ ਬਰੀਆ, ਮੈਨੇ ਵਾਰੀ, ਪਰਮਾਤਮਾ ਨੂੰ ਮਿਲਣ ਦੀ ਤੇਰੀ ਵਾਰੀ ਆ ਗਈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਹੁਣ ਅਵਰ ਕਾਜ ਜਿਹੜੀ ਤੁਸੀਂ ਡਿਊਟੀਆਂ ਕਰਦੇ ਹੋ, ਇਹ ਨਹੀਂ ਹੈ। ਤੁਸੀਂ ਦਿਹਾੜੀ ਕਰਦੇ ਹੋ, ਇਹ ਅਵਰ ਕਾਜ ਨਹੀਂ ਹੈ। ਤੁਸੀਂ ਦੁਕਾਨਦਾਰੀ ਕਰਦੇ ਹੋ, ਅਵਰ ਕਾਜ ਨਹੀਂ ਹੈ।
ਅਵਰ ਕਾਜ ਉਹ ਨੇ ਜਿਹੜੇ ਗੁਰਬਾਣੀ 'ਚ ਮਨ੍ਹਾ ਕੀਤੇ ਨੇ ਵੀ ਹੇ ਸਿੱਖਾ ਤੂੰ ਆਹ ਕੰਮ ਨਹੀਂ ਕਰਨੇ। ਉਹ ਅਵਰ ਕਾਜ ਚੋਰੀਆਂ ਕਰਨਾ, ਡਾਕੇ ਮਾਰਨਾ, ਠੱਗੀਆਂ ਕਰਨਾ, ਮਿਲਾਵਟਾਂ ਕਰਨਾ, ਧੋਖਾਧੜੀ ਕਰਨਾ, ਲੜਾਈਆਂ ਕਰਨਾ, ਝਗੜੇ ਕਰਨਾ, ਨਿੰਦਿਆ ਕਰਨਾ, ਚੁਗਲੀ ਕਰਨਾ, ਇਹ ਸਾਰੇ ਅਵਰ ਕਾਜ। ਅਵਰ ਕਾਜ ਤੇਰੇ ਕਿਤੇ ਨਾ, ਇਹ ਕੰਮ ਤੇਰੇ ਕਿਸੇ ਕੰਮ ਨਹੀਂ ਆਉਣੇ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਤ ਸੰਗਤ 'ਚ ਆ ਅਤੇ ਪਰਮਾਤਮਾ ਦਾ ਨਾਮ ਜਪ। ਕਹਿੰਦੇ ਇਸ ਲਈ ਤੂੰ ਹੈ ਕਿਉਂਕਿ ਉਦੇਸ਼ ਹੈ ਪਰਮਾਤਮਾ ਦੀ ਪ੍ਰਾਪਤੀ, ਅਤੇ ਉਹ ਪਹਿਲਾਂ ਤਾਂ ਸਤ ਸੰਗਤ ਕਰਨੀ ਪਏਗੀ। ਉੱਥੋਂ ਗਿਆਨ ਹੋਏਗਾ ਕਿ ਗੁਰੂ ਧਾਰਨ ਕਰਨਾ ਹੈ, ਫਿਰ ਮਨੁੱਖ ਗੁਰੂ ਧਾਰਨ ਕਰੇਗਾ, ਫਿਰ ਉਹਨੂੰ ਗੁਰਮੰਤਰ ਮਿਲੇਗਾ, ਫਿਰ ਉਹ ਗੁਰਮੰਤਰ ਦਾ ਜਾਪ ਕਰਦਾ 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 ਇੱਕ ਦਿਨ ਪਰਮਾਤਮਾ ਨੂੰ ਪ੍ਰਾਪਤੀ ਕਰ ਲਏਗਾ। ਪਰਮਾਤਮਾ ਅੱਗੇ ਕਹਿੰਦੇ ਲੈਂਦਾ ਬਾਦ ਦੁਆਏ ਤੂੰ। ਬਾਦ ਦੁਆ ਆਪਾਂ ਕਿਸੇ ਨੂੰ ਇੱਕ ਤਾਂ ਹੁੰਦਾ ਅਸੀਸ ਦੇਣਾ, ਤੂੰ ਜਿਉਂਦਾ ਰਹਿ ਵੇ, ਤੇਰੀ ਲੰਮੀ ਉਮਰ ਹੋਏ। ਬਾਦ ਦੁਆ ਤੇਰਾ ਸਤਿਆਨਾਸ ਹੋਵੇ। ਕੋਈ ਆਪਣਾ ਨੁਕਸਾਨ ਕਰਦਾ, ਆਪਣੇ ਮੂੰਹੋਂ ਬਦ ਦੁਆ ਨਿਕਲਦੀ। ਬਾਦ ਭੈੜੀ ਦੁਆ ਅਰਦਾਸ ਹੁੰਦੀ ਹੈ। ਆਪਾਂ ਅਰਦਾਸ ਕਹਿੰਦੇ ਹਾਂ, ਮੁਸਲਮਾਨ ਜਿਹੜੇ ਸਿਰ ਦੁਆ ਕਹਿੰਦੇ ਨੇ। ਬਾਦ ਦੁਆ ਲੈਂਦਾ ਬਾਦ ਦੁਆਏ ਤੂੰ, ਮਾਇਆ ਕਰੇ ਇਕੱਤ। ਕਹਿ ਤੂੰ ਮਾਇਆ ਇਕੱਠੀ ਕਰ ਲਈ, ਚੋਰੀਆਂ ਕਰਦਾ, ਡਾਕੇ ਮਾਰਦਾ, ਠੱਗੀਆਂ ਕਰਦਾ, ਮਿਲਾਵਟ ਕਰਦਾ, ਧੋਖਾਧੜੀ ਕਰਦਾ, ਧੱਕੇ ਜ਼ੋਰੀ ਕਰਦਾ ਹੈ। ਇਸ ਲਈ ਤੈਨੂੰ ਬਾਦ ਦੁਆਵਾਂ ਮਿਲਦੀਆਂ, ਤੈਨੂੰ ਕੋਈ ਸੀਸ ਨਹੀਂ ਦਿੰਦਾ। ਕਾਹਦੀ ਖਾਤਰ ਬਾਦ ਦੁਆ ਲੈ ਰਿਹਾ? ਮਾਇਆ ਦੀ ਖਾਤਰ। ਲੈਂਦਾ ਬਾਦ ਦੁਆਏ ਤੂੰ, ਮਾਇਆ ਕਰੇ ਇਕੱਤ। ਜਿਸ ਨੂੰ ਤੂੰ ਪਤਿਆਇਂਦਾ ਸੋ ਸਣ ਤੁਝੇ ਅਨਿਤ। ਮਾਇਆ ਇਕੱਠੀ ਕਰਕੇ ਜਿਸ ਨੂੰ ਤੂੰ ਖੁਸ਼ ਕਰਨਾ ਚਾਹੁੰਦਾ ਪਤਿਆਇਂਦਾ, ਉਹ ਤਾਂ ਤੇਰੇ ਸਮੇਤ ਨਾਸ਼ਵਨ ਹੈ। ਨਾ ਤੂੰ ਰਹਿਣਾ ਅਤੇ ਨਾ ਉਹਨਾਂ ਨੇ ਰਹਿਣਾ, ਅਤੇ ਨਾ ਇਹ ਮਾਇਆ ਤੁਹਾਡੇ ਕੋਲ ਰਹਿਣੀ। ਅਤੇ ਜਿਹੜੀ ਵੱਧ ਅਸੀਸਾਂ ਲੈ ਰਿਹਾ ਹੈ, ਇਹੀ ਤੇਰੇ ਪੱਲੇ ਰਹਿਣੀਆਂ ਨੇ। ਅਤੇ ਅੱਗੇ ਫਿਰ ਧਰਮਰਾਜ ਨੇ ਪੁੱਛ ਪੜਤਾਲ ਕਰਨੀ ਕਿ ਤੈਨੂੰ ਭੇਜਿਆ ਕਿਸ ਕੰਮ ਸੀ, ਤੂੰ ਕਰਦਾ ਕੀ ਰਿਹਾ। ਇਸ ਲਈ ਕਰਨਾ ਕੀ ਹੈ? ਕਹਿੰਦੇ ਕਰ ਸੰਗਤ ਤੂੰ ਸਾਧ ਕੀ, 68 ਤੀਰਥ ਨਹਾਓ। ਹਿੰਦੂ ਧਰਮ ਦੇ ਵਿੱਚ ਹੈ ਜਿਹੜਾ 68 ਤੀਰਥਾਂ ਦਾ ਇਸ਼ਨਾਨ ਕਰ ਲਏ, ਉਹ ਜਿਉਂਦੇ ਜੀ ਮੁਕਤ ਹੋ ਜਾਂਦਾ ਹੈ। ਪਰ ਸਿੱਖ ਧਰਮ ਕਹਿੰਦਾ ਤੂੰ ਸਤ ਸੰਗਤ ਕਰ, ਤੂੰ ਗੁਰੂ ਦੀ ਸੰਗਤ ਕਰ, ਇਹਦੇ ਵਿੱਚ ਤੈਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਏਗਾ। 68 ਤੀਰਥਾਂ ਦਾ ਇਸ਼ਨਾਨ ਕਰਕੇ ਜੋ ਫਲ ਮਿਲਣਾ ਹੈ, ਉਹ ਤਾਂ ਤੁਹਾਨੂੰ ਹੁਣ ਬੈਠੇ ਹੀ ਮਿਲ ਰਿਹਾ ਹੈ। ਆਪ ਜੀ ਗੁਰੂ ਦੀ ਸੰਗਤ, ਆਪਾਂ ਸਾਰੇ ਗੁਰੂ ਮਹਾਰਾਜ ਦੀ ਸੰਗਤ ਕਰ ਰਹੇ ਹਾਂ, ਉਹਨਾਂ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ। ਸਾਨੂੰ ਤਾਂ ਇੱਥੇ ਬੈਠੇ ਤੀਰਥ ਇਸ਼ਨਾਨਾਂ ਦਾ ਫਲ ਮਿਲ ਰਿਹਾ ਹੈ। ਕਰ ਸੰਗਤ ਤੂੰ ਸਾਧ ਕੀ, 68 ਤੀਰਥ ਨਹਾਓ। ਜੀਓ ਪ੍ਰਾਣ ਮਨ ਤਨ ਹਰੇ, ਸਾਚਾ ਇਹੋ ਸਵਾਲ। ਕਹਿ ਤੇਰਾ ਮਨ, ਤੇਰਾ ਤਨ, ਤੇਰੀ ਜਿੰਦ ਹਰੀ ਭਰੀ ਹੋ ਜਾਏਗੀ। ਕਈ ਵਾਰ ਬੰਦਾ ਬਹੁਤ ਉਦਾਸ ਹੁੰਦਾ ਹੈ, ਫਿਰ ਜਦੋਂ ਭਜਨ ਬੰਦਗੀ ਕਰਦਾ ਮਨ ਖਿੜ ਉੱਠਦਾ ਹੈ, ਮਨ ਹਰਿਆ ਭਰਿਆ ਹੋ ਜਾਂਦਾ ਹੈ। ਇਸ ਲਈ ਕਹਿੰਦੇ ਭਾਈ ਸਤ ਸੰਗਤ ਕਰ, ਨਾਮ ਜਪ। ਕਹਿੰਦੇ ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਗੁਰੂ ਦੀ ਸੰਗਤ ਐਵੇਂ ਨਹੀਂ ਮਿਲਦੀ, ਕਿਸੇ ਪਹੁੰਚੇ ਹੋਏ ਸਾਧੂ ਦੀ ਸੰਗਤ ਐਵੇਂ ਨਹੀਂ ਮਿਲਦੀ। ਪਰਮਾਤਮਾ ਦੀ ਕਿਰਪਾ ਹੋਣੀ ਚਾਹੀਦੀ। ਪਰਮਾਤਮਾ ਨੇ ਸਾਡੇ 'ਤੇ ਕਿਰਪਾ ਕੀਤੀ, ਸਾਨੂੰ ਗੁਰੂ ਦੀ ਸੰਗਤ 'ਚ ਭੇਜਿਆ ਹੈ। ਲੱਗਦਾ ਅਸੀਂ ਆਏ ਹਾਂ। ਜਿਸ ਦਿਨ ਉਹਦੀ ਕਿਰਪਾ ਹੁੰਦੀ ਹੈ, ਉਸ ਦਿਨ ਅਸੀਂ ਆ ਸਕਦੇ ਹਾਂ। ਜਿੱਦਾਂ ਉਹਦੀ ਕਿਰਪਾ ਨਹੀਂ ਹੁੰਦੀ, ਕੋਈ ਕਾਰਨ ਬਣਦੇ ਘਰ ਹੀ ਰਹਿ ਜਾਂਦੇ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈਐ, ਤਿਉਂ ਤਿਉਂ ਪ੍ਰਭ ਸਿਉ ਰੰਗ। ਜਿਵੇਂ ਜਿਵੇਂ ਬੰਦਾ ਸੰਗਤ ਵਧਾਉਂਦਾ ਜਾਂਦਾ, ਪਰਮਾਤਮਾ ਦਾ ਪਿਆਰ ਵੱਧਦਾ ਜਾਂਦਾ। ਹਰੀ ਨਾਲ ਰੰਗ ਪਿਆਰ ਨੂੰ ਕਹਿੰਦੇ, ਪਰਮਾਤਮਾ ਨਾਲ ਪਿਆਰ ਵੱਧਦਾ ਜਾਂਦਾ, ਕਿਉਂਕਿ ਨਾਮ ਜਪਦਾ ਹੈ। ਨਾਮ ਜਪ ਜਾ। ਆਪਾਂ ਦੇਖੋ ਪਰਮਾਤਮਾ ਨੂੰ ਨਹੀਂ ਵੇਖਿਆ ਹੋਇਆ, ਜਿਸ ਨੂੰ ਵੇਖਿਆ ਉਸ ਨੂੰ ਪਿਆਰ ਕਰਨਾ ਆਸਾਨ ਹੁੰਦਾ ਹੈ। ਜਿਸ ਨੂੰ ਵੇਖੇ ਹੀ ਨਹੀਂ, ਜਿਹੜਾ ਸਰੀਰ ਹੀ ਨਹੀਂ, ਉਹਨੂੰ ਪਿਆਰ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ।
ਪਰ ਧਰਮ ਕਹਿੰਦਾ ਤੁਸੀਂ ਉਸ ਦਾ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਇੱਕ ਦਿਨ ਤੁਹਾਡੇ ਅੰਦਰ ਉਸ ਪ੍ਰਤੀ ਪਿਆਰ ਪੈਦਾ ਹੋ ਜਾਵੇਗਾ। ਤਾਂ ਕਹਿੰਦੇ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰਿ ਸਿਉ ਰੰਗ। ਸੋ ਪਰਮਾਤਮਾ ਦੇ ਨਾਲ ਪਿਆਰ ਵਧਾ ਜਾਂਦਾ ਹੈ। ਉਹਦੇ ਨਾਲ ਪਿਆਰ ਵਧੇਗਾ, ਫਿਰ ਪਿਆਰਾ ਯਾਦ ਆਉਂਦਾ ਰਹਿੰਦਾ ਹੈ। ਜੇ ਸਾਡਾ ਪਰਮਾਤਮਾ ਨਾਲ ਬਹੁਤ ਪਿਆਰ ਹੋ ਗਿਆ ਨਾ, ਫਿਰ ਸਾਨੂੰ ਵਾਹਿਗੁਰੂ ਵਾਹਿਗੁਰੂ ਨਹੀਂ ਕਰਨਾ ਪੈਣਾ, ਇਹ ਵਾਹਿਗੁਰੂ ਆਪੇ ਹੀ ਯਾਦ ਆਈ ਜਾਣਾ ਹੁੰਦਾ। ਪਿਆਰੇ ਨੂੰ ਯਾਦ ਨਹੀਂ ਕੀਤਾ ਜਾਂਦਾ, ਪਿਆਰਾ ਆਪੇ ਹੀ ਯਾਦ ਆਈ ਜਾਂਦਾ ਹੈ। ਜਦੋਂ ਕੋਈ ਆਪੇ ਹੀ ਯਾਦ ਆਈ ਜਾਏ, ਇਹਦਾ ਮਤਲਬ ਤੁਹਾਡਾ ਦਿਲੋਂ ਉਸ ਨਾਲ ਪਿਆਰ ਹੈ, ਤਾਂ ਉਹ ਯਾਦ ਆਈ ਜਾ ਰਿਹਾ ਹੁੰਦਾ ਹੈ। ਅੱਗੇ ਕਹਿੰਦੇ ਊਠਤ ਬੈਠਤ ਸੋਵਤ ਜਾਗਤ, ਹਰ ਧਿਆਈਐ ਸਗਲ ਅਵਰਦਾ ਜੀਓ। ਅਵਰਦਾ ਹੁੰਦੀ ਹੈ ਉਮਰ, ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ, ਅਤੇ ਸਾਰੀ ਉਮਰ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ। ਘੰਟੇ 2 ਘੰਟੇ ਲਈ ਨਹੀਂ, ਸਾਲ 2 ਸਾਲਾਂ ਲਈ ਨਹੀਂ, ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ, 4 ਹੀ ਅਵਸਥਾ ਹੁੰਦੀ ਹੈ। ਭਾਵ ਤੁਸੀਂ ਕਿਸੇ ਵੀ ਅਵਸਥਾ ਵਿੱਚ ਹੋ, ਚਾਹੇ ਜਾਗਦੇ ਹੋ, ਚਾਹੇ ਸੁੱਤੇ ਹੋ, ਚਾਹੇ ਬੈਠੇ ਹੋ, ਚਾਹੇ ਉੱਠੇ ਹੋ, ਅਤੇ ਸਾਰੀ ਉਮਰ ਸਗਲ ਅਵਰਦਾ, ਸਾਰੀ ਉਮਰ ਪਰਮਾਤਮਾ ਦਾ ਨਾਮ ਜਪੀ ਜਾਣਾ। 5-10 ਸਾਲ ਨਹੀਂ, 2-4 ਘੰਟੇ ਨਹੀਂ, ਹਰ ਵਕਤ ਉਹਦਾ ਨਾਮ ਜਪਣਾ ਅਤੇ ਸਾਰੀ ਉਮਰ ਜਪਣਾ ਹੈ। ਇੱਕ ਖਿਆਲ ਰੱਖਣਾ, ਗੁਰਬਾਣੀ ਦੇ ਕੁਝ ਵੀ ਅਸੰਭਵ ਨਹੀਂ ਲਿਖਿਆ ਹੋਇਆ, ਸਿਰਫ ਉਹੀ ਲਿਖਿਆ ਜੋ ਸੰਭਵ ਹੈ। ਅਸੰਭਵ ਹੁੰਦਾ ਗੁਰਬਾਣੀ ਲਿਖਣੀ ਨਹੀਂ ਸੀ ਵੀ ਨਹੀਂ, ਇਹ ਕਿਵੇਂ ਹੋ ਸਕਦਾ ਵੀ ਆਲਾ ਅਸਰ ਕਰੇ। ਆਪਾਂ ਭਜਨ ਬੰਦਗੀ ਨਹੀਂ ਕਰਦੇ, ਪਹਿਲੇ ਹੀ ਕਹਿਣ ਲੱਗ ਜਾਂਦੇ, ਫਿਰ ਨੌਕਰੀ ਕੌਣ ਕਰੇਗਾ ਜੀ, ਫਿਰ ਮੈਂ ਦਿਹਾੜੀ ਕਿਵੇਂ ਕਰਾਂਗਾ ਜੀ, ਫਿਰ ਮੈਂ ਦੁਕਾਨਦਾਰੀ ਕਿਵੇਂ ਕਰਾਂ ਜੀ। ਵਾਹਿਗੁਰੂ ਵਾਹਿਗੁਰੂ ਹਰ ਵਕਤ ਕਰਦਾ ਰਿਹਾ, ਕਰਨਾ ਕੁਛ ਨਹੀਂ। ਇਸ ਤੋਂ ਬਚਣ ਦੇ ਬਹਾਨੇ ਲੱਭੇ ਜਾਂਦੇ, ਲੰਗੜੇ ਬਹਾਨੇ। ਜਦੋਂ ਕਰਨਾ ਸ਼ੁਰੂ ਕਰਾਂਗੇ ਫਿਰ ਪਤਾ ਲੱਗੇ ਹੁੰਦਾ ਕਿ ਨਹੀਂ ਹੁੰਦਾ। 2 ਕੰਮ ਮੈਂ ਦੇਖਿਆ ਬਹੁਤ ਔਖੇ ਲੱਗਦੇ ਨੇ ਬੰਦੇ ਨੂੰ, ਇੱਕ ਕਸਰਤ ਅਤੇ ਇੱਕ ਨਾਮ ਜਪਣਾ। ਇਹ 2 ਕੰਮ ਔਖੇ ਲੱਗਦੇ। ਜਿਹੜਾ ਨਾਮ ਜਪਦਾ ਉਹ ਕਈ ਵਾਰੀ ਕਸਰਤ ਨਹੀਂ ਕਰਦਾ, ਜਿਹੜਾ ਕਸਰਤ ਕਰਦਾ ਉਹ ਨਾਮ ਨਹੀਂ ਜਪਦਾ। ਇਹ 2 ਕੰਮ ਤੇ ਕੋਈ ਵਿਰਲਾ ਟਾਮਾ ਕਰਦਾ। ਉਹ ਵੱਡੇ ਭਾਗਾਂ ਵਾਲਾ ਬੰਦਾ ਹੁੰਦਾ ਜਿਹੜਾ ਕਸਰਤ ਵੀ ਕਰਦਾ ਹੈ ਅਤੇ ਨਾਮ ਵੀ ਜਪਦਾ ਹੈ, ਕਿਉਂਕਿ ਉਹਦੇ ਨਾਲ ਸਰੀਰ ਵੀ ਉਹਦਾ ਫਿੱਟ ਰਹੇਗਾ ਅਤੇ ਨਾਮ ਜਾ ਕੇ ਮਨ ਵੀ ਫਿੱਟ ਰਹੇਗਾ। ਜਦੋਂ ਮਨ ਅਤੇ ਤਨ ਦੋਨੋਂ ਸੁਖੀ ਹੋਣ ਤਾਂ ਹੀ ਅਸੀਂ ਪੂਰੀ ਤਰ੍ਹਾਂ ਸੁਖੀ ਹੁੰਦੇ ਹਾਂ। ਫਿਰ ਅੱਗੇ ਕਹਿੰਦੇ ਜੋ ਸਿਮਰੰਦੇ ਸਾਈਏ ਨਰਕ ਨ ਸਈ ਪਾਈਏ। ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਉਹ ਨਰਕਾਂ ਨੂੰ ਨਹੀਂ ਜਾਂਦੇ। ਗੱਲ ਨਿਬੜ ਗਈ। ਅਤੇ ਨਰਕ ਦਾ ਵਿਰੋਧੀ ਸ਼ਬਦ ਕਿਹੜਾ? ਥਾਂ ਸਵਰਗ। ਜਿਹੜਾ ਫਿਰ ਨਾਮ ਜਪਦਾ ਰਹਿੰਦਾ, ਜਦੋਂ ਉਹਨੇ ਨਰਕਾਂ ਨੂੰ ਨਹੀਂ ਜਾਣਾ ਤਾਂ ਫਿਰ ਜਾਂ ਉਹ ਸਵਰਗਾਂ ਨੂੰ ਜਾਏਗਾ ਅਤੇ ਜਾਂ ਫਿਰ ਦੁਬਾਰਾ ਉਹਨੂੰ ਮਨੁੱਖਾ ਜੀਵਨ ਮਿਲੇਗਾ, ਤਾਂ ਜੋ ਜਿਹੜੀ ਕਸਰ ਰਹਿ ਗਈ ਹੈ ਉਹ ਵੱਧ ਤੋਂ ਵੱਧ ਨਾਮ ਜਪ ਕੇ ਉਹ ਪੂਰੀ ਕਰ ਲੈ ਅਤੇ ਸੱਚਖੰਡ ਨੂੰ ਚਲੇ ਜਾਵੇ। ਅੱਗੇ ਕਹਿੰਦੇ ਸੱਚੇ ਮਾਰਗ ਚੱਲਦੇ ਹਾਂ। ਸੱਚੇ ਪਰਮਾਤਮਾ ਦੇ ਸੱਚੇ ਨਹੀਂ, ਸੱਚੇ ਮਾਰਗ ਨੇ। ਇਹਦਾ ਮਤਲਬ ਕੋਈ ਝੂਠਾ ਮਾਰਗ ਵੀ ਕੋਈ ਸੱਚਾ। ਸੱਚੇ ਸੱਚੇ ਦੇ ਪਰਮਾਤਮਾ ਦੇ ਰਸਤੇ 'ਤੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਦੋਂ ਤੁਸੀਂ ਪਰਮਾਤਮਾ ਦੇ ਰਾਹ 'ਤੇ ਤੁਰੇ ਜਾ ਰਹੇ ਹੋ, ਸਾਰੇ ਲੋਕ ਤੁਹਾਡੀ ਵਡਿਆਈ ਕਰਨਗੇ। ਜਦ ਤੁਸੀਂ ਸਹੀ ਕਰਮ ਕਰ ਰਹੇ ਹੋ ਅਤੇ ਨਾਲ ਨਾਮ ਜਪੀ ਜਾ ਰਹੇ ਹੋ, ਜਪੀ ਜਾ ਰਹੇ, ਇੱਕ ਦਿਨ ਤੁਹਾਡੀ ਵਡਿਆਈ ਹੋਣੀ ਸ਼ੁਰੂ ਹੋ ਜਾਏਗੀ। ਹਰ ਬੰਦਾ ਵਡਿਆਈ ਚਾਹੁੰਦਾ, ਕੋਈ ਮੈਨੂੰ ਐਸਾ ਨਹੀਂ ਟੱਕਰਿਆ ਜਿਹੜਾ ਵਡਿਆਈ ਨਹੀਂ ਚਾਹੁੰਦਾ। ਸਾਰੇ ਹੀ ਵਡਿਆਈ ਚਾਹੁੰਦੇ ਨੇ। ਅਤੇ ਗੁਰੂ ਮਹਾਰਾਜ ਸਾਨੂੰ ਹਿੰਟ ਦਿੰਦੇ ਵੀ ਸ਼ੁਭ ਕਰਮ ਕਰੀ ਜਾਓ ਅਤੇ ਪਰਮਾਤਮਾ ਦਾ ਨਾਮ ਜਪੋ। ਇਹੀ ਸੱਚੇ ਦੇ ਮਾਰਗ 'ਤੇ ਚੱਲਣ ਦਾ ਢੰਗ ਹੈ। ਫਿਰ ਕਹਿ ਤੁਹਾਡੀ ਆਪਣੀ ਵਡਿਆਈ ਹੋਣੀ ਸ਼ੁਰੂ ਹੋ ਜਾਵੇਗੀ। ਅੱਗੇ ਕਹਿੰਦੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜਿਨ੍ਹਾਂ ਜਿਨ੍ਹਾਂ ਨਾਮ ਜਪਿਆ ਉਹਨਾਂ ਦੇ ਕਾਰਜ ਰਾਸ ਹੋ ਗਏ। ਸਾਡੇ ਬਹੁਤ ਸਾਰੇ ਕਾਰਜ ਨੇ ਜਿਹੜੇ ਅੜੇ ਰਹਿੰਦੇ ਨੇ। ਅਸੀਂ ਕਦੇ ਕੋਈ ਸਿਫਾਰਸ਼ ਹੀ ਲੱਭਦੇ ਹਾਂ,
ਕੋਈ ਰਿਸ਼ਵਤ ਲੈਣ ਵਾਲਾ ਕੋਈ ਲੱਭਦੇ ਆ ਬੰਦਾ ਕਾਰਜ ਕਰਾਉਣ ਲਈ ਕਰਦੇ ਆ, ਕਹਿੰਦੇ ਜਿਹੜਾ ਨਾਮ ਜਪਦਾ ਰਹਿੰਦਾ ਉਹਦੇ ਕਾਰਜ ਵੈਸੇ ਹੀ ਰਾਸ ਹੋ ਜਾਂਦੇ। ਇਸ ਲਈ ਨਾਮ ਜਪਦੇ ਰਹਿਣਾ ਚਾਹੀਦਾ, ਬਜਾਏ ਕਾਰਜ ਰਾਸ ਕਰਾਉਣ ਲਈ ਧੱਕੇ ਖਾਣ ਦੇ ਨਾਮ ਜਪੀ ਜਾਓ। ਜਿਹਨੇ ਤੁਹਾਡਾ ਕਾਰਜ ਕਰਨਾ ਪਰਮਾਤਮਾ ਉਹਨੂੰ ਹੀ ਤੁਹਾਡੇ ਘਰ ਭੇਜ ਦੇਗਾ, ਉਹਨੂੰ ਤੁਹਾਡੇ ਘਰ ਭੇਜ ਦੇ। ਹਾਂ ਬੋਲੋ ਜੀ ਕੀ ਸੇਵਾ ਕਰੀਏ? ਹਾਂ ਸੇਵਾ ਕੇ ਪੁੱਛਦੇ ਨੇ। ਮੈਂ ਇੱਕ ਵਾਰੀ ਅਲੌਰਾ ਸਾਹਿਬ ਬੈਠਾ, ਉੱਥੇ ਨਾਭੇ ਦਾ ਮਿਨਿਸਟਰ ਆ ਗਿਆ ਮਹਾਂਪੁਰਖਾਂ ਕੋਲ, ਸੰਤ ਸੁਖਦੇਵ ਸਿੰਘ ਜੀ ਕੋਲ। ਕਹਿੰਦੇ ਬਾਬਾ ਜੀ ਮੈਂ ਮਿਨਿਸਟਰ ਬਣ ਗਿਆ ਹਾਂ, ਕੋਈ ਸੇਵਾ ਦੱਸੋ। ਕਹਿੰਦੇ ਭਾਈ ਰੋਟੀਆਂ ਦੇ ਪੁਲ ਤੋਂ ਲੈ ਕੇ ਸਾਡੇ ਡੇਰੇ ਤੱਕ ਨਾ ਪੱਕੀ ਸੜਕ ਬਣਾ ਦੇ, ਇਹ ਟੁੱਟ ਗਈ ਬਹੁਤ ਥਾਵਾਂ ਤੋਂ। ਕਹਿੰਦੇ ਬਣ ਜਾਏਗੀ ਜੀ। ਅਗਲੇ ਐਤਵਾਰ ਜਦ ਮੈਂ ਅਲੌਰਾ ਸਾਹਿਬ ਗਿਆ, ਧੜਾ ਧੜ ਮਸ਼ੀਨਾਂ ਲੱਗੀਆਂ, ਸੜਕ ਬਣ ਰਹੀ ਹੈ। ਆਪ ਆ ਕੇ ਪੁੱਛਦੇ ਨੇ ਸੇਵਾ ਦੱਸੋ। ਹੋ ਗਏ ਨਾ ਕਾਰਜ ਰਸ। ਜੇ ਮਹਾਂਪੁਰਖ ਆਪ ਕਿਸੇ ਨੂੰ ਭੇਜਦੇ, ਬਾਬਾ ਜੀ ਪਹਿਲਾਂ ਐਸਟੀਮੇਟ ਲੱਗੇਗਾ ਜੀ, ਉਹ ਫਲਾਣਾ ਇਹਨੂੰ ਪਾਸ ਕਰੇਗਾ ਜੀ, ਫਿਰ ਕਿਤੇ ਬਣੇਗੀ ਜੀ। ਅਤੇ ਜਿਹਨੇ ਸਾਰਾ ਕੁਛ ਕਰਨਾ ਸੀ ਉਹ ਆਪ ਹੀ ਆ ਗਿਆ, ਬਾਬਾ ਜੀ ਕੋਈ ਸੇਵਾ ਦੱਸੋ ਜੀ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਫਿਰ ਅੱਗੇ ਕਹਿੰਦੇ ਰਸਨਾ ਗੀਦੀ ਬੋਲਤ ਰਾਮ ਪੂਰਨ ਹੋਏ ਸਗਲੇ ਕੰਮ। ਗੀਦੀ ਹੁੰਦਾ ਗਿੱਝ ਜਾਣਾ। ਜਿਵੇਂ ਮੰਨ ਲਓ ਕੋਈ ਕੁੱਤਾ ਤੁਹਾਡੇ ਬੂਹੇ ਅੱਗੇ ਆ ਗਿਆ ਹੈ, ਤੁਸੀਂ ਉਹਨੂੰ ਰੋਟੀ ਪਾ ਦਿਓ। ਇਹ ਬੜੇ ਸਿਆਣੇ ਹੁੰਦੇ ਨੇ, ਅਗਲੇ ਦਿਨ ਉਸੇ ਸਮੇਂ ਹੀ ਫੇਰ ਉਹ ਆਊਗਾ। ਤੁਸੀਂ ਫੇਰ ਰੋਟੀ ਪਾਤੀ ਹੈ, ਹੌਲੀ ਹੌਲੀ ਤੁਹਾਡੇ ਬੂਹੇ 'ਤੇ ਬਹਿਣ ਲੱਗ ਜਾਏਗਾ। ਉਹ ਗਿੱਝ ਗਿਆ ਹੈ। ਇਸ ਤਰ੍ਹਾਂ ਰਸਨਾ ਗੀਦੀ ਬੋਲਤ ਰਾਮ। ਰਸਨਾ ਭਾਵ ਜੀਵ। ਜਦੋਂ ਜੀਵ ਰਾਮ ਰਾਮ ਕਰਨਾ ਗਿੱਝ ਜਾਏ ਨਾ, ਵਾਹਿਗੁਰੂ ਵਾਹਿਗੁਰੂ ਕਰਨ ਦੀ ਨੂੰ ਆਦਤ ਪੈ ਜਾਏ, ਫਿਰ ਕੀ ਹੋਏਗਾ? ਪੂਰਨ ਹੋਏ ਸਗਲੇ ਕੰਮ। ਤੁਹਾਡੇ ਸਾਰੇ ਕਾਰਜ ਰਸ ਹੋ ਜਾਣਗੇ। ਜੋ ਵੀ ਕਾਰਜ ਅਧੂਰਾ ਹੈ ਉਹ ਪੂਰਾ ਹੋ ਜਾਏਗਾ। ਇਹ ਅਜੇ ਸਾਡੀ ਰਸਨਾ ਗਿੱਜੀ ਨਹੀਂ ਹੈ, ਭੁੱਲ ਭੁਲਾ ਜਾਂਦਾ ਸਾਨੂੰ। ਰਾਮ ਰਾਮ ਦੀ ਥਾਂ 'ਤੇ ਅਸੀਂ ਪਤਾ ਨਹੀਂ ਕੀ ਆਵਾ ਤਪਾ ਲੱਗ ਜਾਂਦੇ ਬੋਲਣ। ਜਦੋਂ ਰਾਮ ਰਾਮ ਕਰਦੇ ਹਾਂ, ਇਹ ਰਸਨਾ ਰਾਮ ਰਾਮ ਕਰਨ ਦੀ ਆਦੀ ਹੋ ਗਈ ਨਾ, ਕਹਿੰਦੇ ਤੁਹਾਡੇ ਕਾਰਜ ਰਸ ਹੋ ਜਾਣਗੇ, ਪੂਰੇ ਹੋ ਜਾਣਗੇ, ਅਧੂਰੇ ਕਾਰਜ ਨੇ। ਫਿਰ ਅੱਗੇ ਕਹਿੰਦੇ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਭਾਵੇਂ ਬੰਦਾ ਪੜ੍ਹਿਆ ਹੋਇਆ ਚਾਹੇ ਅਨਪੜ੍ਹ ਹੈ, ਜਿਹੜਾ ਵੀ ਨਾਮ ਜਪਦਾ ਹੈ ਉਹਦੀ ਹੀ ਮੁਕਤੀ ਹੋ ਜਾਣੀ। ਪਰਮਗਤ ਹੁੰਦਾ ਸਭ ਤੋਂ ਉੱਚੀ ਆਤਮਿਕ ਅਵਸਥਾ। ਪਰਮ ਸਭ ਤੋਂ ਉੱਚੇ ਸ਼ਬਦ ਨੂੰ ਕਿਹਾ ਗਿਆ। ਪਰਮਗਤ ਸਭ ਤੋਂ ਉੱਚੀ ਆਤਮਿਕ ਅਵਸਥਾ ਉਸ ਨੂੰ ਪ੍ਰਾਪਤ ਹੋ ਜਾਂਦੀ। ਕਿਸ ਨੂੰ? ਜੋ ਪ੍ਰਾਣੀ ਗੋਬਿੰਦ ਧਿਆਵੈ, ਜਿਹੜਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਜਪਦਾ ਰਹਿੰਦਾ ਜਪਦਾ ਰਹਿੰਦਾ। ਸੋ ਇਸ ਲਈ ਭਾਈ ਜਿੰਨਾ ਸਮਾਂ ਮਿਲੇ ਨਾਮ ਜਪਿਆ ਕਰਨ। ਫਿਰ ਉਹਨਾਂ ਸਤ ਸੰਗਤ ਦੀ ਮਹਾਨਤਾ ਦੱਸੀ ਬਈ ਜਿਹੜਾ ਗੁਰੂ ਦੀ ਸਾਧੂ ਦੀ ਸੰਗਤ ਕਰਦਾ ਕੀ ਹੁੰਦਾ। ਉਹ ਕਹਿੰਦੇ ਸਾਧ ਸੰਗ ਮਿਟ ਜਾਤ ਬੇਕਾਰ, ਸਭ ਤੇ ਊਂਚ ਇਹੋ ਉਪਕਾਰ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਧੂ ਦੀ ਸੰਗਤ ਕਰਕੇ ਜਿੰਨੇ ਅੰਦਰ ਵਿਕਾਰ ਸਨ, ਬੁਰਾਈਆਂ ਸਨ, ਉਹ ਖਤਮ ਹੋ ਜਾਂਦੀਆਂ। ਕਿਉਂਕਿ ਜਿਹੋ ਜਿਹੀ ਸੰਗਤ ਕਰਾਂਗੇ ਸਮਾਂ ਪਾ ਕੇ ਅਸੀਂ ਉਹਦੇ ਵਰਗੇ ਹੀ ਹੋ ਜਾਵਾਂਗੇ। ਇਹ ਅਸੂਲ ਹੈ। ਜਿਹੋ ਜਿਹੀ ਤੁਸੀਂ ਸੰਗਤ ਕਰੋਗੇ, ਚੋਰ ਦੀ ਸੰਗਤ ਕਰੋਗੇ ਸਮਾਂ ਪਾ ਕੇ ਚੋਰੀਆਂ ਕਰਨ ਲੱਗ ਜਾਓ, ਡਾਕੂ ਦੀ ਸੰਗਤ ਕਰੋਗੇ ਸਮਾਂ ਪਾ ਕੇ ਡਾਕੇ ਮਾਰਨ ਲੱਗ ਜਾਓ, ਸਾਧੂ ਦੀ ਸੰਗਤ ਕਰੋਗੇ ਸਮਾਂ ਪਾ ਕੇ ਸਿਮਰਨ ਕਰਨ ਲੱਗ ਜਾਓ। ਬੁਰਾਈਆਂ ਬੰਦਾ ਛੱਡ ਦਿੰਦਾ ਹੈ। ਕਿ ਸਭ ਤੋਂ ਵੱਡੀ ਉਪਕਾਰ, ਸਭ ਤੋਂ ਵੱਡਾ ਭਲਾਈ ਇਹੀ ਹੈ ਕਿ ਸਾਡੇ ਤੋਂ ਜਿਹੜੇ ਵਿਕਾਰ ਨੇ, ਬੁਰਾਈਆਂ ਨੇ, ਉਹ ਗੁਰੂ ਦੀ ਸੰਗਤ ਕਰਕੇ ਖਤਮ ਹੋ ਜਾਂਦੀਆਂ ਹਨ। ਕਈ ਵਾਰੀ ਬੰਦਾ ਡੋਲ ਜਾਂਦਾ ਹੈ, ਉਹ ਬੜੀ ਅਜੀਬ ਇੱਕ ਅਵਸਥਾ ਪੈਦਾ ਹੋ ਜਾਂਦੀ ਹੈ। ਬੰਦੇ ਨੂੰ ਕਈ ਵਾਰੀ ਕਿਸੇ ਦਾ ਓਟ ਆਸਰਾ ਹੀ ਨਹੀਂ ਦਿਖਾਈ ਦਿੰਦਾ, ਬੰਦਾ ਘਿਰ ਜਾਂਦਾ ਹੈ ਪ੍ਰੋਬਲਮ ਦੇ ਵਿੱਚ, ਉਹਦਾ ਮਨ ਡੋਲਣ ਲੱਗ ਜਾਂਦਾ ਹੈ। ਗੁਰੂ ਮਹਾਰਾਜ ਕਹਿੰਦੇ ਧਾ ਜੀਅਰੇ ਇੱਕ ਟੇਕ ਤੂੰ, ਲਾਹੇ ਬਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੇ ਰਸ। ਕਹਿੰਦੇ ਤੂੰ ਬਗਾਨੀਆਂ ਟੇਕਾਂ ਛੱਡ ਦੇ,
ਉਸ ਪਰਮਾਤਮਾ ਦਾ ਹੀ ਓਟ ਆਸਰਾ ਲੈ। ਤੂੰ ਉਹਦਾ ਓਟ ਆਸਰਾ ਲੈ ਕੇ ਉਹਦਾ ਤੂੰ ਨਾਮ ਜਪ, ਤੇਰਾ ਸਭ ਕੁਝ ਠੀਕ ਹੋ ਜਾਏਗਾ। ਤੂੰ ਡੋਲਣੋਂ ਹਟ ਜਾਏਗਾ, ਤੇਰੇ ਮਨ ਨੂੰ ਧੀਰਜ ਆ ਜਾਏਗਾ, ਤੇਰੇ ਕਾਰਜ ਰਾਸ ਹੋ ਜਾਣਗੇ, ਸਭ ਕੁਝ ਠੀਕ ਹੋ ਜਾਏਗਾ। ਫਿਰ ਸੁਖਮਨੀ ਸਾਹਿਬ ਆਪ ਜੀ ਪੜ੍ਹਦੇ ਹੋ, ਉਹ 'ਚ ਬਹੁਤ ਜ਼ਬਰਦਸਤ ਇੱਕ ਲਾਈਨ ਲਿਖੀ ਹੋਈ ਹੈ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਇਸ ਇੱਕੋ ਲਾਈਨ ਦੇ ਵਿੱਚ ਸਭ ਕੁਝ ਹੈ ਕਿ ਪਰਮਾਤਮਾ ਦਾ ਸਿਮਰਨ ਕਰਨ ਨਾਲ ਤੁਹਾਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣਗੀਆਂ। ਰਿੱਧੀਆਂ ਦਾ ਸੰਬੰਧ ਮਾਇਆ ਨਾਲ ਹੁੰਦਾ ਹੈ, ਸਿੱਧੀਆਂ ਦਾ ਸੰਬੰਧ ਕਰਾਮਾਤੀ ਸ਼ਕਤੀਆਂ ਨਾਲ ਹੁੰਦਾ ਹੈ। ਇਹ ਦੋਨੋਂ ਚੀਜ਼ਾਂ ਕਹਿੰਦੇ ਸਿਮਰਨ ਕਰਨ ਨਾਲ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਮਾਇਆ ਦੀ ਵੀ ਕੋਈ ਕਮੀ ਨਹੀਂ ਰਹੇਗੀ ਅਤੇ ਤੁਹਾਡੇ ਕੋਲ ਆਤਮਿਕ ਸ਼ਕਤੀਆਂ ਵੀ ਹੋਣਗੀਆਂ। ਕੋਈ ਆ ਬਾਬਾ ਜੀ ਸਾਡੇ ਘਰ ਪੁੱਤਰ ਹੋ ਜਾਏ, ਤੁਹਾਨੂੰ ਸਿੱਧੀ ਪ੍ਰਾਪਤ, ਤੁਸੀਂ ਕਿਹਾ ਹਾਂ ਭਈ ਅਗਲੇ ਸਾਲ ਹੋ ਜਾਏਗਾ, ਬਸ ਹੋ ਗਿਆ, ਤੁਹਾਡੀ ਬੱਲੇ ਬੱਲੇ ਸਿੱਧੀਆਂ ਪ੍ਰਾਪਤ ਹੁੰਦੀਆਂ, ਸਿਮਰਨ ਕਰ ਕਰਕੇ ਹੁੰਦੀਆਂ। ਜਦੋਂ ਅਸੀਂ ਪਰਮਾਤਮਾ ਦੀ ਪ੍ਰਾਪਤੀ ਲਈ ਸਿਮਰਨ ਕਰਦੇ ਰਹਿੰਦੇ ਹਾਂ, ਪਹਿਲਾਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ, ਉਦੋਂ ਫਿਰ ਅਗਲਾ ਪੜਾਅ ਪਰਮਾਤਮਾ ਵੱਲ ਹੈ। ਅਗਰ ਰਿੱਧੀਆਂ ਸਿੱਧੀਆਂ ਹੀ ਅਜੇ ਸਾਡੇ ਜੋ ਕਿਸੇ ਨੂੰ ਪ੍ਰਾਪਤ ਨਹੀਂ ਹੋਈਆਂ, ਇਹਦਾ ਮਤਲਬ ਪਰਮਾਤਮਾ ਜੇ ਬੜੀ ਦੂਰ ਹੈ। ਹਾਂ, ਅਜੇ ਦਿੱਲੀ ਦੂਰ ਹੈ, ਕਿਉਂਕਿ ਜਿਹੜੀ ਰਸਤੇ ਵਾਲੀ ਚੀਜ਼ ਹੈ ਉਹੀ ਅਜੇ ਸਾਨੂੰ ਨਹੀਂ ਪ੍ਰਾਪਤ ਹੋਈ। ਇਹ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀਆਂ, ਇਹਨਾਂ ਲਈ ਅਰਦਾਸਾਂ ਕਰਨ ਦੀ ਲੋੜ ਨਹੀਂ। ਇਹ ਜੋ ਤੁਹਾਡਾ ਸਿਮਰਨ ਵੱਧਦਾ ਜਾਏਗਾ, ਫਿਰ ਸਮਾਂ ਪਾ ਕੇ ਨਾ ਮਾਇਆ ਦੀ ਕਮੀ ਰਹੇਗੀ ਅਤੇ ਨਾ ਆਤਮਿਕ ਸ਼ਕਤੀਆਂ ਦੀ ਕੋਈ ਕਮੀ ਰਹੇਗੀ। ਹੁਣ ਗੁਰੂ ਨਾਨਕ ਦੇਵ ਜੀ ਕੋਲ ਰਿੱਧੀਆਂ ਸਿੱਧੀਆਂ ਵੀ ਸਨ ਨਾਲ। ਜਦੋਂ ਉਹਨਾਂ ਨੇ ਪੁੱਛਿਆ ਕੈਲਾਸ਼ ਪਰਬਤ 'ਤੇ ਉੱਥੋਂ ਦੇ ਸਾਧੂਆਂ ਨੇ ਵੀ ਤੁਸੀਂ ਇੰਨੀ ਉਚਾਈ 'ਤੇ ਕਿਸ ਸ਼ਕਤੀ ਨਾਲ ਆ ਗਏ ਹੋ? ਗੁਰੂ ਨਾਨਕ ਕਹਿੰਦੇ ਸੀ ਨਾਮ ਸ਼ਕਤੀ ਨਾਲ ਆਇਆ। ਨਾਮ ਸ਼ਕਤੀ ਨਾਲ ਬੰਦਾ ਉੱਡ ਸਕਦਾ ਹੈ। ਹੁਣ ਧਰਤੀ 'ਤੇ ਤੁਰਨ ਦੀ ਲੋੜ ਨਹੀਂ, ਉਹ ਅੱਖ ਦੇ ਫੋਰ ਵਿੱਚ ਹਜ਼ਾਰਾਂ ਕਿਲੋਮੀਟਰ ਦੂਜੀ ਥਾਂ 'ਤੇ ਜਾ ਸਕਦਾ ਹੈ। ਇਹ ਇਹਨਾਂ ਕਹਿੰਦੇ ਰਿੱਧੀਆਂ ਸਿੱਧੀਆਂ ਨੇ, ਨਾ ਮਾਇਆ ਦੀ ਕਮੀ ਅਤੇ ਨਾ ਆਤਮ ਸ਼ਕਤੀ ਦੀ ਕਮੀ ਰਹਿੰਦੀ, ਨਾਮ ਜਪੀ ਜਾਣਾ ਹੈ ਬਸ। ਫਿਰ ਕਹਿੰਦੇ ਕਈ ਵਾਰੀ ਆਪਾਂ ਕਹਿੰਦੇ ਯਾਰ ਬੜੇ ਦੁੱਖ ਜ਼ਿੰਦਗੀ 'ਚ ਆ ਗਏ ਨੇ, ਮੈਂ ਕੁਛ ਕੀਤਾ ਤਾਂ ਹੈ ਨਹੀਂ, ਕਿਉਂਕਿ ਸਾਨੂੰ ਆਹ ਜੀਵਨ ਤਾਂ ਯਾਦ ਹੈ। ਤੁਹਾਡਾ ਮੰਨ ਲਓ ਕਿਸੇ ਦਾ ਬਿਲਕੁਲ ਸ਼ੁੱਧ ਜੀਵਨ ਰਿਹਾ, ਇੱਥੇ ਆ ਕੇ ਉਹਨੇ ਕੋਈ ਮਾੜਾ ਕੰਮ ਨਹੀਂ ਕੀਤਾ, ਉਹਦੀ ਜ਼ਿੰਦਗੀ ਦੁੱਖ ਆ ਜਾਂਦੇ ਨੇ। ਉਹ ਫਿਰ ਕਹਿੰਦਾ ਵੀ ਮੈਂ ਮਾੜਾ ਕੰਮ ਤਾਂ ਕੋਈ ਨਹੀਂ ਕੀਤਾ, ਇਹ ਮੇਰੀ ਜ਼ਿੰਦਗੀ ਦੁੱਖ ਕਿਉਂ ਆਏ ਨੇ? ਗੁਰੂ ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਮਨ ਮੂਰਖ ਕਾਹੇ ਬਿਲ ਲਾਈਏ। ਹੇ ਮੂਰਖ ਮਨਾ ਕਿਉਂ ਰੋਂਦੇ? ਬਿਲ ਲਾਈਂਦੇ ਵਿਰਲਾਪ ਕਰਨਾ, ਰੋਣਾ ਪਿੱਟਣਾ। ਹੇ ਮੂਰਖ ਮਨਾ ਕਿਉਂ ਰੋਂਦਾ ਤੂੰ? ਪੁਰਬ ਲਿਖੇ ਕਾ ਲਿਖਿਆ ਪਾਈਏ। ਇਹ ਤਾਂ ਪਿਛਲੇ ਜਨਮ ਤੂੰ ਜਿਹੜੇ ਕਰਮ ਕੀਤੇ ਉਹ ਤੇਰੀ ਕਿਸਮਤ ਬਣ ਗਏ, ਉਸ ਕਰਮਾਂ ਕਾਰਨ ਤੂੰ ਹੁਣ ਦੁੱਖ ਭੋਗ ਰਿਹਾ ਹੈ। ਇਹ ਤਾਂ ਤੇਰੇ ਆਪਣੇ ਕੀਤੇ ਕਰਮਾਂ ਦਾ ਫਲ ਹੈ, ਤੂੰ ਕਹਿੰਦਾ ਕਿਉਂ ਰੋ ਰਿਹਾ ਹੁਣ? ਤਾਂ ਹੀ ਗੁਰਬਾਣੀ ਸੌਵੇ ਜੀਆ ਆਪਣਾ ਕੀ। ਅਸੀਂ ਜੋ ਕੀਤਾ ਉਹ ਭੋਗਣਾ ਤਾਂ ਸਾਨੂੰ ਪੈਣੇ, ਚਾਹੇ ਇਸ ਜਨਮ 'ਚ ਚਾਹੇ ਅਗਲੇ ਜਨਮ 'ਚ। ਮੈਂ ਦੇਖਿਆ ਕੁਝ ਕਰਮ ਤਾਂ ਬੰਦੇ ਨੂੰ ਇਸੇ ਜਨਮ 'ਚ ਹੀ ਭੋਗਣੇ ਪੈ ਜਾਂਦੇ ਨੇ। ਮਨ ਕਿਸੇ ਚੋਰੀ ਕੀਤੀ ਫੜਿਆ ਗਿਆ, ਇਸੇ ਜਨਮ 'ਚ ਹੀ ਭੋਗ ਲਿਆ। ਕਿਸੇ ਕਿ ਡਾਕਾ ਮਾਰਤਾ ਉਹ ਫੜਿਆ ਕੇ ਇਸੇ ਜਨਮ 'ਚ ਭੋਗ ਲਿਆ। ਕਿਸੇ ਦਾ ਕਤਲ ਕਰਤਾ ਫੜਿਆ ਕੇ ਇਸੇ ਜਨਮ 'ਚ ਭੋਗ ਲਿਆ ਹੈ। ਪਰ ਕਈ ਮੈਂ ਦੇਖਿਆ ਐਸੀਆਂ ਗੱਲਾਂ ਹੋ ਜਾਂਦੀਆਂ ਕਿ ਅਸੀਂ ਇਸ ਜਨਮ 'ਚ ਕੀਤੀਆਂ ਨਹੀਂ ਹੁੰਦੀਆਂ, ਪਰ ਸਾਡੀ ਜ਼ਿੰਦਗੀ ਦੁੱਖਾਂ ਤਕਲੀਫਾਂ ਆ ਜਾਂਦੀਆਂ ਹਨ। ਉੱਥੇ ਪਰ ਪੰਚਮ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਤਾਂ ਪੁਰਬ ਲਿਖੇ ਕਾ ਹੈ, ਪਿਛਲੇ ਜਨਮ ਤੂੰ ਕਰਮ ਕੀਤੇ ਉਹ ਤੇਰੇ ਮੱਥੇ 'ਤੇ ਲਿਖੇ ਗਏ, ਇਸ ਕਾਰਨ ਤੇਰੀ ਜ਼ਿੰਦਗੀ ਦੁੱਖ ਆਇਆ। ਇਸ ਲਈ ਭਾਈ ਹੁਣ ਰੋਣ ਪਿੱਟਣ ਦਾ ਗੱਲ ਬਣਨੇ ਨੇ, ਆਪਣਾ ਦੁੱਖ ਜਿਹੜਾ ਸਹਿਲਾ ਹੈ। ਅੱਗੇ ਕਹਿੰਦੇ ਊਠਤ ਬੈਠਤ ਹਰ ਭਜੋ। ਕਹਿੰਦੇ ਉੜਦਿਆਂ ਬੈਠਦਿਆਂ ਪਰਮਾਤਮਾ ਦਾ ਸਿਮਰਨ ਕਰੋ। ਸਾਧੂ ਸੰਗ ਪ੍ਰੀਤ, ਗੁਰੂ ਦੀ ਸੰਗਤ ਕਰੋ, ਗੁਰੂ ਦੀ ਸੰਗਤ ਕਰੋ ਅਤੇ ਉੜਦਿਆਂ ਬੈਠਦਿਆਂ ਨਾਮ ਜਪੋ। ਫਿਰ ਕੀ ਹੋਏਗਾ?
ਨਾਨਕ ਦੁਰਮਤ ਛੁੱਟ ਗਈ, ਪਾਰ ਬ੍ਰਹਮ ਬਸੇ ਚੀਤ। ਇੱਕ ਤੇ ਅੰਦਰੋਂ ਭੈੜੀ ਮਤ ਖਤਮ ਹੋ ਗਈ, ਦੂਜਾ ਪਰਮਾਤਮਾ ਹਿਰਦੇ 'ਚ ਵਸ ਗਿਆ। ਕਰਨਾ ਕੀ ਹੈ? ਗੁਰੂ ਦੀ ਸੰਗਤ ਕਰਨੀ ਹੈ, ਉੜਦੇ ਬੜਦੇ ਨਾਮ ਜਪਣਾ। ਅੰਦਰ ਜਿੰਨੀਆਂ ਬੁਰਾਈਆਂ ਨੇ ਕਹਿੰਦੇ ਉਹ ਖਤਮ ਹੋ ਜਾਣਗੀਆਂ। ਜਿਵੇਂ ਬੁਰਾਈਆਂ ਖਤਮ ਹੁੰਦੀਆਂ, ਪਰਮਾਤਮਾ ਅੰਦਰ ਆ ਕੇ ਵਸ ਜਾਂਦਾ ਹੈ। ਪਰਮਾਤਮਾ ਦੀ ਕੋਈ ਸ਼ਰਤ ਹੈ ਕਿ ਮੈਂ ਨਿਰਮਲ ਮਨ 'ਚ ਵਸਣਾ ਹੈ, ਮੈਂ ਮੈਲੇ ਮਨ 'ਚ ਨਹੀਂ ਵਸਦਾ ਹੈਗਾ। ਜਿੰਨਾ ਚਿਰ ਸਾਡਾ ਮਨ ਮੈਲਾ ਹੈ, ਜਿੰਨਾ ਮਰਜ਼ੀ ਭਜਨ ਬੰਦਗੀ ਕਰੀਏ, ਪਰਮਾਤਮਾ ਸਾਡੇ ਅੰਦਰ ਨਹੀਂ ਵਸੇਗਾ। ਸ਼ੁਭ ਕਰਮ ਕਰਦਿਆਂ, ਭਜਨ ਬੰਦਗੀ ਕਰਦਿਆਂ ਜਿੱਦਾਂ ਮਨ ਸਾਫ਼ ਹੋ ਗਿਆ, ਉਸੇ ਦਿਨ ਪਰਮਾਤਮਾ ਨੇ ਅੰਦਰੋਂ ਪ੍ਰਗਟ ਹੋ ਜਾਣਾ ਅਤੇ ਸਾਨੂੰ ਉਹਦੀ ਪ੍ਰਾਪਤੀ ਹੋ ਜਾਣੀ ਹੈ। ਸੋ ਸਤਿਕਾਰਯੋਗ ਸਾਧ ਸੰਗਤ, ਉਹਨਾਂ ਦੀ ਸਿੱਖਿਆਵਾਂ ਤਾਂ ਹੋਰ ਵੀ ਬੜੀਆਂ ਨੇ, ਪਰ ਸਮਾਂ ਹੋ ਗਿਆ ਹੈ। ਇਸ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।